ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਗੁਰੂ ਪਿਆਰਿਓ, ਗੁਰੂ ਸਵਾਰਿਓ, ਸਿੱਖ ਮਿਸ਼ਨਰੀ ਕਾਲਜ ਲੁਧਿਆਣਾ ਵੱਲੋਂ ਚੱਲ ਰਹੀ ਇਸ ਆਨਲਾਈਨ ਗੁਰਮਤਿ ਕਲਾਸ ਵਿੱਚ ਆਪ ਸਾਰਿਆਂ ਨੂੰ ਜੀ ਆਇਆਂ। ਅੱਜ ਦੀ ਕਲਾਸ ਵਿੱਚ ਸਾਡੇ ਨਾਲ ਹਾਜ਼ਰ ਹਨ ਕੈਪਟਨ ਯਸ਼ਪਾਲ ਸਿੰਘ ਜੀ, ਜੋ ਸਾਡੇ ਨਾਲ ਵਿਸ਼ਾ ਨਿਭਾ ਰਹੇ ਹਨ। ਆਪ ਜੀ ਦੇ ਸਕਰੀਨ ਦੇ ਵਿੱਚ ਦੇਖ ਰਹੇ ਹੋ, ਦਾਸ ਸਲਾਮ ਕਰਤ ਕਤ ਸੋਭਾ। ਇਹ ਪੀਪੀਟੀ ਪ੍ਰੈਜੈਂਟੇਸ਼ਨ ਰਾਹੀਂ ਸਾਡੇ ਨਾਲ ਹਾਜ਼ਰੀ ਭਰਨਗੇ। ਮੈਂ ਬੇਨਤੀ ਕਰ ਰਿਹਾ ਹਾਂ ਵੀਰ ਯਸ਼ਪਾਲ ਸਿੰਘ ਜੀ ਨੂੰ ਕਿ ਅੱਜ ਦੀ ਇਹ ਕਲਾਸ ਦੀ ਆਰੰਭਤਾ ਕਰਨ। ਕੈਪਟਨ ਯਸ਼ਪਾਲ ਸਿੰਘ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨਵਾਦ ਵੀਰ ਜੀ, ਵੀਰ ਹਰਜੀਤ ਸਿੰਘ ਜੀ। ਸੋ ਇਸ ਜ਼ੂਮ ਦੇ ਰਾਹੀਂ ਗੁਰਮਤਿ ਵਿਚਾਰਾਂ ਨਾਲ ਜੁੜੇ ਸਾਰੇ ਵੀਰਾਂ ਭੈਣਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦੀ ਕਲਾਸ ਦਾ ਵਿਸ਼ਾ ਹੈ ਦਾਸ ਸਲਾਮ ਕਰਤ ਕਤ ਸੋਭਾ। ਅੱਗੇ ਜਾ ਕੇ ਸਲਾਈਡ ਵਿੱਚ ਜਦੋਂ ਅਸੀਂ ਹਵਾਲਾ ਲਵਾਂਗੇ ਗੁਰਬਾਣੀ ਦਾ, ਉਹਦੇ ਵਿੱਚ ਪੰਕਤੀ ਹੈ। ਸੋ ਇੱਥੇ ਤੁਸੀਂ ਨੋਟ ਕਰੋਗੇ ਸੱਸੇ ਨੂੰ ਸਿਹਾਰੀ ਹੈ, ਦਾਸ ਦੇ ਸੱਸੇ ਨੂੰ ਸਿਹਾਰੀ ਹੈ, ਤੇ ਇਹਦਾ ਮਤਲਬ ਹੈ ਇਸਤਰੀ ਲਿੰਗ ਵਿੱਚ ਹੈ, ਅਰਥਾਤ ਦਾਸੀ, ਤੇ ਇਹਦਾ ਇਸ਼ਾਰਾ ਹੈ ਮਾਇਆ ਵੱਲ। ਜਿਵੇਂ ਕੋਈ ਬੰਦਾ ਸ਼ਹਿਨਸ਼ਾਹ ਨੂੰ ਛੱਡ ਕੇ, ਮਾਲਿਕ ਨੂੰ ਛੱਡ ਕੇ, ਰਾਜੇ ਨੂੰ ਛੱਡ ਕੇ ਉਹਦੇ ਕਿਸੇ ਕਰਿੰਦੇ ਨੂੰ, ਉਹਦੇ ਨੌਕਰ ਨੂੰ, ਉਹਦੇ ਦਰਬਾਨ ਨੂੰ ਸਲਾਮਾਂ ਕਰੇ, ਤੇ ਕਹਿੰਦੇ ਇਸ ਗੱਲ ਵਿੱਚ ਕਿਸੇ ਕਿਸਮ ਦੀ ਕੋਈ ਪ੍ਰਾਪਤੀ, ਕੋਈ ਵਡਿਆਈ ਜਾਂ ਸ਼ੋਭਾ ਨਹੀਂ ਮਿਲ ਸਕਦੀ ਬੰਦੇ ਨੂੰ। ਹਾਂ, ਜੇ ਰਾਜੇ ਨੂੰ ਸਲਾਮ ਕਰੋਗੇ ਤੇ ਕੋਈ ਨਾ ਕੋਈ ਨਜ਼ਰਾਨਾ, ਤੋਹਫਾ, ਕੋਈ ਖੁਸ਼ੀ, ਕੋਈ ਜਗੀਰ, ਕੁਛ ਨਾ ਕੁਛ ਮਿਲਦਾ ਹੈ, ਅਸੀਂ ਦੁਨਿਆਵੀ ਤੌਰ ਤੇ ਜਾਣਦੇ ਹਾਂ। ਪਰ ਦਾਸ ਸਲਾਮ ਕਰਤ ਕਤ ਸੋਭਾ, ਅਰਥਾਤ ਦਾਸੀ ਨੂੰ ਸਲਾਮ ਕਰਕੇ, ਨੌਕਰ ਨੂੰ ਸਲਾਮ ਕਰਕੇ, ਚੇਰੀ ਨੂੰ ਸਲਾਮ ਕਰਕੇ ਕਿਸੇ ਵੀ ਕਿਸਮ ਦੀ ਸ਼ੋਭਾ ਵਡਿਆਈ ਹਾਸਿਲ ਨਹੀਂ ਕੀਤੀ ਜਾ ਸਕਦੀ। ਇਹ ਹੈਗਾ ਸਾਡਾ ਅੱਜ ਦਾ ਵਿਸ਼ਾ। ਤੇ ਅਸੀਂ ਥੋੜੀ ਗੱਲ ਸਮਝ ਲਈਏ ਭੂਮਿਕਾ ਕਿ ਗੁਰੂ ਗ੍ਰੰਥ ਸਾਹਿਬ ਦੇ ਹਿਸਾਬ ਜੀ ਦੇ ਨਾਲ ਜ਼ਿੰਦਗੀ ਜੀਣ ਦੇ ਦੋ ਹੀ ਢੰਗ ਨੇ, ਜਿਹਦੇ ਬਾਰੇ ਗੁਰੂ ਸਾਹਿਬ ਨੇ ਕਿਹਾ ਲਿਵ ਧਾਤ ਦੋਏ ਰਾਹ ਹੈ। ਇੱਕ ਰਸਤਾ ਹੈਗਾ ਲਿਵ ਵਾਲਾ, ਅਕਾਲ ਪੁਰਖ ਪਰਮਾਤਮਾ ਦੇ ਨਾਲ ਲਗਨ, ਤੇ ਦੂਜਾ ਹੈਗਾ ਧਾਤ, ਅਰਥਾਤ ਭਟਕਣਾ ਵਾਲਾ। ਭਟਕਣਾ ਪ੍ਰਾਪਤ ਹੁੰਦੀ ਹੈ ਮਾਇਆ ਨਾਲ ਚਿੱਤ ਜੋੜਿਆ, ਕਿਉਂਕਿ ਮਾਇਆ ਚੰਚਲ ਹੈ। ਸੋ ਜਿੰਨਾ ਮਾਇਆ ਦੇ ਨਾਲ ਅਸੀਂ ਆਪਣੀ ਸੁਰਤ ਵਿੱਚ ਮਾਇਆ ਨੂੰ ਰੱਖਾਂਗੇ, ਉਨੀ ਸਾਡੀ ਬੁੱਧੀ, ਸਾਡਾ ਮਨ ਉਨਾ ਚੰਚਲ ਬਣੇਗਾ। ਤੇ ਅਕਾਲ ਪੁਰਖ ਵਾਹਿਗੁਰੂ ਕਿਉਂਕਿ ਅਡੋਲ ਹੈ, ਨਿਹਚਲ ਹੈ, ਜੇ ਉਹਦੇ ਨਾਲ ਸੁਰਤ ਜੋੜਾਂਗੇ ਤੇ ਉਹੀ ਅਡੋਲਤਾ, ਉਹੀ ਨਿਹਚਲਤਾ, ਉਹੀ ਸ਼ਾਂਤੀ ਤੇ ਉਹੀ ਟਿਕਾ ਜਿਹੜਾ ਹੈ ਉਹ ਸਾਨੂੰ ਵੀ ਪ੍ਰਾਪਤ ਹੋਏਗਾ। ਕਿਉਂਕਿ ਜੋ ਗੁਰਬਾਣੀ ਦਾ ਇੱਕ ਸਿਧਾਂਤ ਹੈ ਮਨੋਵਿਗਿਆਨਿਕ ਬੜਾ ਕਮਾਲ ਦਾ, ਕਿ ਜੈਸਾ ਸੇਵੈ ਤੈਸੋ ਹੋਏ। ਜਿਹੋ ਜਿਹੀ ਦੀ ਮਨੁੱਖ ਸੇਵਾ ਕਰਦਾ ਹੈ, ਮਨੁੱਖ ਉਸਦਾ ਹੀ ਰੂਪ ਬਣ ਜਾਂਦਾ ਹੈ। ਸੋ ਆਓ ਅਸੀਂ ਸ਼ੁਰੂ ਕਰਦੇ ਹਾਂ ਇੱਕ ਸ਼ਬਦ ਦੇ ਨਾਲ, ਤੇ ਫਿਰ ਇਸੇ ਵਿਸ਼ੇ ਨੂੰ ਲੈ ਕੇ ਅਸੀਂ ਗੁਰੂ ਗ੍ਰੰਥ ਸਾਹਿਬ ਵਿੱਚੋਂ ਵੱਖ-ਵੱਖ ਪੰਕਤੀਆਂ ਸਾਂਝੀਆਂ ਕਰਾਂਗੇ। ਮਾਰੂ ਰਾਗ ਦੇ ਵਿੱਚ ਇਹ ਸ਼ਬਦ ਹੈ, ਮਾਰੂ ਮਹਿਲਾ ਪੰਜਵਾਂ, ਘਰ ਤੀਜਾ, ਅਰਥਾਤ ਤੀਜੇ ਘਰ ਵਿੱਚ ਜੋ ਇੱਕ ਸੰਗੀਤ ਦਾ ਇਹਦੇ ਵੱਲ ਇਸ਼ਾਰਾ ਹੈ, ਰਾਗਾਂ ਦਾ। ਇਹਦੇ ਬਾਰੇ ਮੈਨੂੰ ਕੋਈ ਬਹੁਤੀ ਜਾਣਕਾਰੀ ਨਹੀਂ ਹੈਗੀ। ਤੇ ਮਹਿਲਾ ਪੰਜਵਾਂ ਅਰਥਾਤ ਪੰਚਮ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਦਾ ਰਚਿਆ ਹੋਇਆ ਸ਼ਬਦ ਹੈ ਮਾਰੂ ਰਾਗ ਦੇ ਵਿੱਚ। ਇੱਕ ਓਂਕਾਰ ਸਤਿਗੁਰ ਪ੍ਰਸਾਦ ਸੰਖੇਪ ਮੂਲ ਮੰਤਰ ਹੈ, ਅਰਥਾਤ ਵਾਹਿਗੁਰੂ ਅਕਾਲ ਪੁਰਖ ਇੱਕ ਹੈ, ਇੱਕ ਰਸ ਆਪਣੀ ਰਚਨਾ ਵਿੱਚ ਵਿਆਪਕ ਹੈ, ਤੇ ਸੱਚੇ ਗੁਰੂ ਦੀ ਕਿਰਪਾ ਦੁਆਰਾ ਉਹਦਾ ਇਲਮ ਹੁੰਦਾ ਹੈ, ਉਹਦਾ ਨਾਲ ਮਿਲਾਪ ਹੁੰਦਾ ਹੈ, ਉਹਨਾਂ ਸਾਂਝ ਬਣਦੀ ਹੈ। ਸੋ ਸ਼ਬਦ ਇਸ ਤਰ੍ਹਾਂ ਸ਼ੁਰੂ ਹੁੰਦਾ ਹੈ, ਪ੍ਰਾਣ ਸੁਖ ਦਾਤਾ ਜੀ ਸੁਖ ਦਾਤਾ। ਪ੍ਰਾਣ ਅਰਥਾਤ ਜਿੰਦ ਦਾ ਦੇਣ ਵਾਲਾ, ਦਾਤਾ ਮਨੇ ਜਿੰਦ ਨੂੰ ਦੇਣ ਵਾਲਾ, ਸੁਖ ਦਾਤਾ ਸੁਖ ਦੇਣ ਵਾਲਾ, ਸੁੱਖਾਂ ਦੇਣ ਵਾਲਾ, ਜੀ ਸੁਖ ਦਾਤਾ ਸਾਰੇ ਜੀਵਾਂ ਨੂੰ ਸੁਖ ਦੇਣ ਵਾਲਾ। ਤੁਮ ਕਾਹੇ ਵਿਸਾਰਿਓ ਅਗਿਆਨਤ। ਇਹ ਜਿਹੜਾ ਅਗਿਆਨਤ ਸ਼ਬਦ ਜਾਂ ਜਿੱਦਾਂ ਇਆਨਤ, ਸਾਨਤ, ਇਹ ਤੁਕਬੰਦੀ ਇਸ ਤਰ੍ਹਾਂ ਹੈ, ਇਹ ਸਿਰਫ ਜਿਹੜੇ ਮੂਲ ਸ਼ਬਦ ਨੇ ਉਹ ਹੈ ਅਗਿਆਨੀ। ਉਹ ਅਸੀਂ ਜਾਣਦੇ ਹਾਂ ਕਿ ਕਾਵਿ ਸ਼ੈਲੀ ਦੇ ਵਿੱਚ ਸ਼ਬਦਾਂ ਨੂੰ ਛੋਟਾ ਵੀ ਕੀਤਾ ਜਾਂਦਾ ਹੈ, ਵੱਡਾ ਵੀ ਕੀਤਾ ਜਾਂਦਾ ਹੈ, ਤੇ ਉਹਨਾਂ ਦਾ ਰੰਗ ਰੂਪ ਵੀ ਬਦਲਿਆ ਜਾਂਦਾ ਹੈ। ਸੋ ਅਗਿਆਨਤ ਦਾ ਮਤਲਬ ਹੈ
ਅਗਿਆਨੀ। हे ਅਗਿਆਨੀ, हे ਅਣਜਾਣ, ਤੂੰ ਜਿੰਦ ਦੇ ਦਾਤੇ, ਸੁਖ ਦੇ ਦਾਤੇ, ਸਾਰੇ ਜੀਵਾਂ ਨੂੰ ਸੁਖ ਦੇਣ ਵਾਲੇ ਵਾਹਿਗੁਰੂ ਨੂੰ ਕਿਉਂ हे ਅਗਿਆਨੀ ਭੁਲਾ ਦਿੱਤਾ ਹੈ। ਹੋਛਾ, ਹੋਛਾ ਮੈਨੇ ਘਟੀਆ ਜਾਂ ਛੇਤੀ ਮੁੱਕ ਜਾਣ ਵਾਲਾ, ਮਦ ਮੈਨੇ ਨਸ਼ਾ, ਚਾਖ ਮੈਨੇ ਚੱਖ ਕੇ, ਹੋਏ ਤੁਮ ਬਾਵਰ, ਬਾਵਰ ਮੈਨੇ ਝੱਲਾ, ਬਾਵਲਾ। ਕਹਿੰਦੇ ਜਿਹੜਾ ਮਾਇਆ ਦਾ ਕੱਚਾ, ਮਾਇਆ ਦਾ ਮੁੱਕ ਜਾਣ ਵਾਲਾ ਨਸ਼ਾ ਚੱਖ ਕੇ ਤੂੰ ਝੱਲਾ ਹੋਇਆ ਫਿਰਦਾ। ਤੇ ਦੁਰਲਭ ਜਨਮ ਅਕਾਰਥ, ਅਕਾਰਥ ਦਾ ਮਤਲਬ ਹੈ ਸਕਾਰਥ ਦਾ ਵਿਰੋਧੀ ਸ਼ਬਦ। ਸਕਾਰਥ ਮੈਨੇ ਹੁੰਦਾ ਹੈ ਕਿਸੇ ਲੇਖੇ ਵਿੱਚ, ਕਿਸੇ ਗਿਣਤੀ ਵਿੱਚ, ਮੀਨਿੰਗਫੁਲ। ਅਕਾਰਥ ਮੈਨੇ ਅਜਾਈ। ਵੀ ਇਹ ਜਿਹੜਾ ਦੁਰਲਭ ਜਨਮ ਹੈ, ਮਨੁੱਖਾ ਜਨਮ ਤੈਨੂੰ ਮਿਲਿਆ ਹੈ, ਤੂੰ ਇਹ ਮਾਇਆ ਦਾ ਨਸ਼ਾ ਚੱਖ ਕੇ, ਝੱਲਾ ਹੋ ਕੇ ਇਸ ਦੁਰਲਭ ਜਨਮ ਨੂੰ ਅਜਾਈ ਗਵਾ ਰਿਹਾ ਹੈ। ਰੇ ਨਰ ਐਸੀ ਕਰੇ ਇਆਨਤ, ਇਆਨਤ ਦਾ ਮਤਲਬ ਹੈ ਇਆਣਪ। ਇਹਦਾ ਵਿਰੋਧੀ ਸ਼ਬਦ ਹੈ ਸਿਆਣਪ। ਸਿਆਣਪ ਅਸੀਂ ਸਾਰੇ ਜਾਣਦੇ ਹਾਂ, ਸਿਆਣੇ ਹੋਣ ਦੀ ਅਵਸਥਾ। ਤੇ ਸਿਆਣਪ ਦਾ ਵਿਰੋਧੀ ਸ਼ਬਦ ਹੈ ਇਆਣਪ। ਇਸੇ ਤਰ੍ਹਾਂ ਜੇ ਜਿਹੜਾ ਬੰਦੇ ਕੋਲ ਇਆਣਪ ਹੁੰਦੀ ਉਹਨੂੰ ਅਸੀਂ ਸਿਆਣਾ ਕਹਿ ਦਿੰਦੇ ਹਾਂ, ਤੇ ਜਿਹੜੇ ਕੋਲ ਸਿਆਣਪ ਨਹੀਂ ਹੁੰਦੀ ਉਹਨੂੰ ਅਸੀਂ ਇਆਣਾ ਕਹਿ ਦਿੰਦੇ। ਜਿੱਦਾਂ ਅਸੀਂ ਆਸਾ ਕੀ ਵਾਰ ਚ ਨਾਲ ਇਆਣੇ ਦੋਸਤੀ ਵਡਾਊ ਸੀ ਉਹਨੇ, ਜਾਂ ਹੋਏ ਇਆਣਾ ਕਰੇ ਕੰਮ ਆਣ ਨਾ ਸਕੇ ਰਾਤ। ਸੋ ਇਆਣਾ ਦਾ ਮਤਲਬ ਹੈ ਅਣਜਾਣ। ਇਆਨਤ ਮੈਨੇ ਅਣਜਾਣਪੁਣਾ, ਬੇਅਕਲੀ, ਮੂਰਖਤਾ। ਰੇ ਨਰ ਐਸੀ ਕਰੇ, ਐਸੀ ਕਰੇ ਮਤਲਬ ਗੁਰੂ ਸਾਹਿਬ ਇੱਕ ਹੈਰਾਨੀ ਦਾ ਪ੍ਰਗਟਾ ਕਰ ਰਹੇ ਨੇ ਵੀ ਐਸੀ ਅਜੀਬੋ ਗਰੀਬ ਤੂੰ ਮੂਰਖਤਾ ਕਰ ਰਿਹਾ ਹੈ, ਐਸੀ ਅਜੀਬੋ ਗਰੀਬ ਤੂੰ ਬੇਅਕਲੀ ਕਰ ਰਿਹਾ ਹੈ। ਰੇਨਰ ਐਸੀ ਕਰੇ ਇਆਨਤ, ਤਜ ਜੱਜੇ ਨੂੰ ਸਿਹਾਰੀ, ਤਜ ਕੇ, ਤਿਆਗ ਕੇ, ਸਾਰੰਗ ਧਰ। ਸਾਰੰਗ ਧਰ ਅਰਥਾਤ ਜਗਤ ਦਾ ਧਰ, ਜਗਤ ਦਾ ਆਸਰਾ, ਅਕਾਲ ਪੁਰਖ ਵਾਹਿਗੁਰੂ। ਭਰਮ, ਭਰਮ ਦਾ ਸ਼ਿਕਾਰ ਹੋ ਕੇ, ਭਰਮ ਵਿੱਚ ਪੈ ਕੇ, ਗਲਤੀ ਖਾ ਕੇ ਤੂੰ ਭੁੱਲਾ, ਤੂੰ ਕੁਰਾਹੇ ਪੈ ਗਿਆ। ਮੋਹ ਲਪਟਿਓ, ਮੋਹ ਵਿੱਚ ਤੂੰ ਲਪਟਿਆ ਹੋਇਆ, ਮਾਇਆ ਦੇ ਮੋਹ ਵਿੱਚ ਚਿੰਬੜਿਆ ਹੋਇਆ। ਦਾਸੀ ਸੰਗ ਸਾਨਤ, ਦਾਸੀ ਅਰਥਾਤ ਮਾਇਆ, ਅਕਾਲ ਪੁਰਖ ਪਰਮਾਤਮਾ ਦੀ ਪੈਦਾ ਕੀਤੀ ਹੋਈ ਮਾਇਆ। ਦਾਸੀ ਸੰਗ ਸਾਨਤ, ਸਾਨਤ ਅਰਥਾਤ ਸਾਥ। ਤੇ ਤੂੰ ਆਪਣਾ ਸੰਗ ਸਾਥ ਜਿਹੜਾ ਹੈ ਦਾਸੀ ਦੇ ਨਾਲ ਬਣਾਇਆ ਹੋਇਆ ਹੈ। ਅੱਗੇ ਫਿਰ ਕਹਿੰਦੇ ਧਰਨੀ ਤਰ ਤਿਆਗ, ਧਰਨੀ ਅਰਥਾਤ ਧਰਤੀ, ਧਰ ਦਾ ਅਰਥਾਤ ਆਸਰਾ, ਧਰਨੀ ਤਰ ਧਰਤੀ ਦਾ ਆਸਰਾ ਅਰਥਾਤ ਅਕਾਲ ਪੁਰਖ ਵਾਹਿਗੁਰੂ। ਧਰਨੀ ਤਰ ਤਿਆਗ, ਅਕਾਲ ਪੁਰਖ ਪਰਮਾਤਮਾ ਨੂੰ ਤਿਆਗ ਕੇ ਨੀਚ ਕੁਲ ਸੇਵੇਂ, ਨੀਚ ਕੁਲ ਵਾਲੀ ਜੋ ਮਾਇਆ ਹੈ ਤੂੰ ਉਹਦੀ ਸੇਵਾ ਕਰ ਰਿਹਾ, ਉਹਦੀ ਖਿਦਮਤ ਕਰ ਰਿਹਾ, ਉਹਦੀ ਖੁਸ਼ਾਮਦ ਕਰ ਰਿਹਾ। ਹਉ ਹਉ ਕਰਤ ਬਿਹਾਵਤ, ਬਿਹਾਵਤ ਦਾ ਅਰਥ ਹੁੰਦਾ ਹੈ ਬੀਤਣਾ, ਉਮਰ ਦਾ ਗੁਜ਼ਰਨਾ, ਜਿੱਦਾਂ ਬਿਹਾਵੈ। ਸੋ ਬਿਹਾਵੇ ਮੈਨੇ ਬੀਤਦਾ ਹੈ। ਹਉ ਹਉ ਮੈਨੇ ਮੈਂ ਕਰਦੇ ਹੋਏ ਤੂੰ ਆਪਣਾ ਜੀਵਨ ਬਸ਼ਰ ਕਰ ਰਿਹਾ ਹੈ। ਫੋਕਟ ਕਰਮ ਕਰੇ ਅਗਿਆਨੀ, ਮਨਮੁਖ ਅੰਧ ਕਹਾਵਤ। ਇਹ ਮਨ ਦੇ ਮੁਰੀਦ, ਮਨ ਦੇ ਮਗਰ ਤੁਰਨ ਵਾਲੇ, ਅਗਿਆਨੀ ਅਰਥਾਤ ਜਿਹੜਾ ਜੀਵਨ ਦਾ ਪਰਮਾਰਥ ਹੈ, ਜੀਵਨ ਦਾ ਉੱਚਾ ਆਦਰਸ਼ ਹੈ, ਉਹਦੇ ਵੱਲੋਂ ਅਣਜਾਣ, ਅਗਿਆਨੀ। ਤੂੰ ਫੋਕਟ ਕਰਮ ਕਰਦਾ ਹੈ, ਧਰਮ ਦੇ ਨਾਂ ਤੇ ਕਿੰਨੇ ਸਾਰੇ ਕਰਮ ਕਾਂਡ ਕਰਦਾ ਹੈ ਜਿਨ੍ਹਾਂ ਦੀ ਕੋਈ ਪ੍ਰਾਪਤੀ ਨਹੀਂ, ਉਹ ਫੋਕਟ ਹੈਗੇ। ਤੇ ਮਨਮੁਖ ਅੰਧ ਕਹਾਵਤ, ਤੇ ਇਸ ਤਰ੍ਹਾਂ ਤੂੰ ਅੱਖਾਂ ਦੇ ਹੁੰਦੇ ਸੁਣਦੇ ਵੀ ਆਪਣੇ ਆਪ ਨੂੰ ਅੰਨਾ ਖਵਾ ਰਿਹਾ, ਅੰਨਿਆਂ ਵਾਲੇ ਕੰਮ ਕਰ ਰਿਹਾ ਹੈ। ਸਤ ਹੋਤਾ, ਸਤ ਦਾ ਅਰਥ ਹੈ ਸਤਿਆ ਵਾਲਾ, ਅਰਥਾਤ ਸਦਾ ਕਾਇਮ ਰਹਿਣ ਵਾਲਾ ਅਕਾਲ ਪੁਰਖ ਵਾਹਿਗੁਰੂ। ਸਤ ਹੋਤਾ, ਜੋ ਵਾਹਿਗੁਰੂ ਸਦਾ ਕਾਇਮ ਰਹਿਣ ਵਾਲਾ ਹੈ, ਅਸਤ ਕਰ ਮੰਨਿਆ, ਉਹਨੂੰ ਤੂੰ ਅਸਤ ਕਰਕੇ ਮੰਨਿਆ ਹੋਇਆ ਕਿ ਉਹ ਜਿੱਦਾਂ ਹੈ ਹੀ ਨਹੀਂ, ਉਹਦੀ ਤੂੰ ਹਸਤੀ ਨੂੰ ਪ੍ਰਵਾਨ ਹੀ ਨਹੀਂ ਕਰਦਾ। ਜੋ ਬਿਨਸਤ ਸੋ ਨਿਹਚਲ ਜਾਨਤ, ਜੋ ਬਿਨਸਤ ਜਿਹੜੀ ਮਾਇਆ ਨੇ, ਜਿਹੜੇ ਪਸਾਰੇ ਨੇ, ਜਿਹੜੇ ਪਦਾਰਥਾਂ ਨੇ ਇਹ ਬਿਨਸ ਜਾਣਾ ਹੈ, ਨਾਸ਼ਵਾਨ ਨੇ, ਉਹਨਾਂ ਨੂੰ ਤੂੰ ਨਿਹਚਲ ਅਰਥਾਤ ਸਦਾ ਕਾਇਮ ਰਹਿਣ ਵਾਲੇ ਜਾਨਤ ਮੈਨੇ ਜਾਣਿਆ ਹੋਇਆ, ਮੰਨਿਆ ਹੋਇਆ। ਪਰ ਕੀ ਕਹੂ, ਪਰ ਕੀ ਜੋ ਕਿਸੇ ਪਰਾਏ ਦੇ ਹੋ ਜਾਣ ਵਾਲੀ ਹੈ। ਅਸੀਂ ਜਾਣਦੇ ਹਾਂ ਜਿਹੜੀ ਵੀ ਵਸਤੂਆਂ ਨੂੰ, ਪਦਾਰਥਾਂ ਨੂੰ ਮਨੁੱਖ ਆਪਣੀ ਕਹਿੰਦਾ ਹੈ, ਜਦੋਂ ਜਗਤ ਵਿੱਚ ਚਲਾ ਜਾਂਦਾ ਹੈ ਉਹਨਾਂ ਵਸਤੂਆਂ ਦਾ ਮਾਲਕ ਕੋਈ ਹੋਰ ਬਣ ਜਾਂਦਾ ਹੈ। ਗੁਰਬਾਣੀ ਵਿੱਚ ਗੁਰਬਾਣੀ ਵਿੱਚ ਜ਼ਿਕਰ ਆਉਂਦਾ ਹੈ ਵੀ ਜਿਹੜੀ ਇਹ ਮਾਇਆ ਹੈ ਇਹ ਕਦੀ ਵੀ ਰੰਡੀ ਨਹੀਂ ਹੁੰਦੀ। ਕਹਿੰਦੇ ਖਸਮ ਮਰੈ
फिर नार न रोवै, उस रखवारा औरो होवै। क्योंकि ਇਹ ਮਾਇਆ ਇੱਕ ਐਸੀ ਨਾਰੀ ਹੈ ਜਿਹੜੀ ਕਦੀ ਰੰਡੀ ਨਹੀਂ ਹੁੰਦੀ। ਅਰਥਾਤ ਜਦੋਂ ਇਹਦਾ ਮਾਲਿਕ ਮਰ ਜਾਂਦਾ ਹੈ ਤੇ ਕੁਦਰਤੀ ਤੌਰ ਤੇ ਜਿਹੜੇ ਪਰਿਵਾਰ ਦੇ ਹੋਰ ਮੈਂਬਰ ਨੇ ਉਹ ਉਹਦੇ ਮਾਲਿਕ ਬਣ ਜਾਂਦੇ ਹਨ। ਸੋ ਕਹਿੰਦੇ ਪਰਕੀ ਕੋ, ਅਰਥਾਤ ਜਿਹੜੀ ਮਾਇਆ ਨੇ, ਜਿਹੜੇ ਪਦਾਰਥਾਂ ਨੇ, ਜਿਹੜੇ ਖੇਤਾਂ ਨੇ, ਫੈਕਟਰੀਆਂ ਨੇ, ਘਰਾਂ ਨੇ, ਬੈਂਕ ਬੈਲੈਂਸ ਨੇ, ਪਰਾਇਆ ਹੋ ਜਾਣਾ ਹੈ। ਆਪਣੀ ਕਰ ਪੱਕਰੀ, ਉਹਨੂੰ ਤੂੰ ਆਪਣਾ ਕਰਕੇ ਚੰਬੜਿਆ ਹੋਇਆ, ਉਹਨਾਂ ਨਾਲ ਤੂੰ ਇੰਨੀ ਮਤਲਬ ਕਿ ਸਾਂਝ ਪਾਈ ਹੋਈ ਹੈ। ਐਸੇ ਭੂਲ ਭੁਲਾਨਤ, ਐਸੀ ਭੁੱਲ ਦਾ ਤੂੰ ਸ਼ਿਕਾਰ ਹੋਇਆ ਪਿਆ, ਐਸੀ ਭੁੱਲ ਵਿੱਚ ਤੂੰ ਭੁੱਲਿਆ ਹੋਇਆ ਹੈ। ਕਹਿੰਦੇ ਖੱਤਰੀ ਬ੍ਰਾਹਮਣ ਸੂਦ ਵੈਸ, ਸਭ ਏਕੈ ਨਾਮ ਤਰਾਨਤ। ਭਾਵੇਂ ਕੋਈ ਖੱਤਰੀ ਹੋਵੇ, ਭਾਵੇਂ ਕੋਈ ਬ੍ਰਾਹਮਣ ਹੋਵੇ, ਭਾਵੇਂ ਕੋਈ ਸ਼ੂਦਰ ਹੋਵੇ, ਭਾਵੇਂ ਕੋਈ ਵੈਸ਼ ਹੋਵੇ। ਚਾਰ ਜਾਤਾਂ ਦਾ ਜ਼ਿਕਰ ਹੈ ਕਿਉਂਕਿ ਸਾਡੇ ਸਮਾਜ ਵਿੱਚ ਚਾਰ ਜਾਤਾਂ ਸੀ। ਪਰ ਇਸ ਚੀਜ਼ ਦਾ ਵਿਆਖਿਆ ਅਸੀਂ ਬੜੇ ਵੱਡੇ ਪੱਧਰ ਤੇ ਕਰ ਸਕਦੇ ਹਾਂ। ਕਿਸੇ ਵੀ ਦੇਸ਼ ਦਾ ਹੋਵੇ, ਕਿਸੇ ਵੀ ਰੰਗ ਰੂਪ ਦਾ ਹੋਵੇ, ਕਿਸੇ ਵੀ ਨਸਲ ਦਾ ਹੋਵੇ, ਔਰਤ ਹੋਵੇ, ਮਰਦ ਹੋਵੇ, ਗਰੀਬ ਹੋਵੇ, ਅਮੀਰ ਹੋਵੇ, ਪੜ੍ਹਿਆ ਹੋਵੇ, ਅਨਪੜ੍ਹਿਆ ਹੋਵੇ, ਅੱਧ ਪੜ੍ਹਿਆ ਹੋਵੇ, ਕੋਈ ਵੀ, ਹਰ ਮਨੁੱਖ, ਸਾਰਿਆਂ 'ਚ ਪਰਮਾਤਮਾ ਦੀ ਜੋਤ ਹੈ। ਸੋ ਗੁਰੂ ਸਾਹਿਬ ਕਹਿੰਦੇ ਨੇ ਖੱਤਰੀ ਬ੍ਰਾਹਮਣ ਸ਼ੂਦ ਵੈਸ, ਸਭ ਏਕੈ ਨਾਮ ਤਰਾਨਤ। ਸਾਰੇ ਜੀਵਾਂ ਵਾਸਤੇ ਤਰਨ ਦਾ, ਇਸ ਭਵਸਾਗਰ ਤੋਂ ਤਰ ਜਾਣ ਦਾ, ਸਫਲ ਹੋਣ ਦਾ ਇੱਕੋ ਹੀ ਤਰੀਕਾ ਹੈ ਕਿ ਉਹ ਨਾਮ ਜਪੇ। ਸੋ ਤੇਰੇ ਲਈ ਵੀ ਭਾਈ ਇੱਕ ਇਹੀ ਆਸਰਾ ਹੈ। ਗੁਰੂ ਨਾਨਕ ਉਪਦੇਸ਼ ਕਹਿਤ ਹੈ, ਗੁਰੂ ਨਾਨਕ ਨੇ ਜਿਹੜਾ ਉਪਦੇਸ਼ ਕਿਹਾ ਹੈ, ਜੋ ਸੁਣੈ, ਜਿਹੜਾ ਵੀ ਪ੍ਰਾਣੀ, ਜੋ ਵੀ ਪ੍ਰਾਣੀ, ਕੋਈ ਗੋਰਾ ਹੈ, ਕੋਈ ਕਾਲਾ ਹੈ, ਕੋਈ ਪਾਕਿਸਤਾਨੀ ਹੈ, ਕੋਈ ਹਿੰਦੁਸਤਾਨੀ ਹੈ, ਕੋਈ ਚਾਈਨੀਜ਼ ਹੈ, ਕੋਈ ਵੀ ਹੋਵੇ, ਜੋ ਸੁਣੈ, ਜਿਹੜਾ ਵੀ ਗੁਰੂ ਨਾਨਕ ਦੇ ਬਖਸ਼ੇ ਹੋਏ ਉਪਦੇਸ਼ ਨੂੰ ਸੁਣਦਾ ਹੈ, ਹਿਰਦੇ ਵਿੱਚ ਵਸਾਉਂਦਾ ਹੈ, ਜੀਵਨ ਵਿੱਚ ਕਮਾਉਂਦਾ ਹੈ, ਸੋ ਪਾਰ ਪ੍ਰਾਨਤ, ਉਹ ਇਸ ਭਵਸਾਗਰ ਤੋਂ ਪਾਰ ਹੋ ਜਾਂਦਾ ਹੈ। ਅਰਥਾਤ ਆਪਣਾ ਮਨੁੱਖਾ ਜਨਮ ਸਫਲ ਕਰ ਲੈਂਦਾ ਹੈ। ਐਸੀ ਸ਼ਬਦ ਜਿਹੜਾ ਮੁੱਖ ਸ਼ਬਦ ਅਸੀਂ ਚੁਣਿਆ ਸੀਗਾ। ਆਓ ਹੁਣ ਮਾਇਆ ਦੇ ਬਾਰੇ ਜਿਹਦੇ ਗੁਰੂ ਸਾਹਿਬ ਨੇ ਬਾਰ-ਬਾਰ ਗੱਲ ਕਹੀ, ਦਾਸੀ ਦੀ, ਉਹਦਾ ਅਸੀਂ ਉਦਾਹਰਨ ਲੈਂਦੇ ਹਾਂ। ਇਹਦੇ ਬਾਰੇ ਅੱਗੇ ਵਧਣ ਤੋਂ ਪਹਿਲੇ ਇੱਕ ਅਸੀਂ ਵਿਚਾਰ ਕਰੀਏ ਛੋਟੀ ਜਿਹੀ, ਵੀ ਇਹ ਮਨੁੱਖ ਇਸ ਤਰ੍ਹਾਂ ਕਿਉਂ ਕਰਦਾ ਹੈ, ਇਸ ਤਰ੍ਹਾਂ ਕਿਉਂ ਹੁੰਦਾ ਹੈ। ਗੱਲ ਐਵੇਂ ਕਿ ਜਦੋਂ ਅਸੀਂ ਬਾਣੀ ਪੜ੍ਹਦੇ ਹਾਂ ਤੇ ਸਾਨੂੰ ਜਿਹੜੀ ਬਿਮਾਰੀ ਉਹਦੀ ਜੜ ਦਾ ਵੀ ਪਤਾ ਲੱਗਦਾ ਹੈ, ਬਿਮਾਰੀ ਦੇ ਲੱਛਣਾਂ ਦਾ ਵੀ ਪਤਾ ਲੱਗਦਾ ਹੈ, ਤੇ ਬਿਮਾਰੀ ਦੇ ਇਲਾਜ ਦਾ ਵੀ ਪਤਾ ਲੱਗਦਾ ਹੈ। ਬਾਬਾ ਰਵਿਦਾਸ ਜੀ ਇੱਕ ਜਗ੍ਹਾ ਬੜਾ ਸੋਹਣਾ ਕਹਿੰਦੇ ਨੇ, ਕਹਿੰਦੇ ਬਿਨ ਦੇਖੈ ਉਪਜੈ ਨਹੀਂ ਆਸਾ, ਜੋ ਦਿਸੈ ਸੋ ਹੋਏ ਬਿਨਾਸਾ। ਹੁਣ ਮੁਸ਼ਕਿਲ ਹੈ ਵੇ ਕਿ ਸਾਡੀ ਇੰਦਰੀਆਂ ਰਾਹੀਂ ਅਸੀਂ ਜੋ ਮਹਿਸੂਸ ਕਰਦੇ ਹਾਂ, ਅੱਖਾਂ, ਕੰਨ, ਨੱਕ ਜਿਹੜੇ ਹੈਗੇ ਨੇ, ਉਹਦੇ ਨਾਲ ਸਾਡਾ ਸੰਬੰਧ ਇੱਕੋ ਦਮ ਯਕਦਮ ਜੁੜ ਜਾਂਦਾ ਹੈ, ਇੱਕੋ ਦਮ ਸਾਡਾ ਧਿਆਨ ਉਸ ਪਾਸੇ ਹੀ ਜਾਂਦਾ ਹੈ, ਰੰਗ ਰੂਪ ਰੇਖ ਵੱਲ। ਇਹ ਸਾਰੀ ਚੀਜ਼ਾਂ ਇੱਕ ਸਟਿਮੂਲੈਂਟ ਦਾ ਕੰਮ ਕਰਦੀਆਂ। ਜਿਹੜੇ ਰੰਗ ਰੂਪ ਰੇਖ ਜਿਹੜੀ ਚੀਜ਼ਾਂ ਨੇ, ਇਹ ਦ੍ਰਿਸ਼ਟਵਾਨ ਜਗਤ ਹੈ, ਇਹ ਇੱਕ ਸਟਿਮੂਲੈਂਟ ਦਾ ਕੰਮ ਕਰਦਾ। ਇਹਦੇ ਉਲਟ ਜਿਹੜੀਆਂ ਐਬਸਟਰੈਕਟ ਗੱਲਾਂ ਨੇ, ਜਿਹੜੇ ਭਾਵਾਰਥਕ, ਭਾਵਨਾਤਮਕ ਚੀਜ਼ਾਂ ਨੇ, ਜਿਹੜੀਆਂ ਨਜ਼ਰ ਨਹੀਂ ਆਉਂਦੀਆਂ, ਉਹ ਸੈਡੇਟਿਵ ਦਾ ਕੰਮ ਕਰਦੀਆਂ। ਉਹ ਸਾਨੂੰ ਪੜ੍ਹਨਾ, ਵਿਚਾਰਨਾ, ਸੁਣਨਾ, ਉਹਦੇ ਬਾਰੇ ਚਰਚਾ ਕਰਨੀ ਥੋੜਾ ਔਖਾ ਜਾਪਦਾ ਹੈ। ਉਹ ਅਸੀਂ ਕਹਿੰਦੇ ਬਰੀਕ ਬੁੱਧੀ ਦਾ ਕੰਮ ਹੈ, ਉਹਦੇ ਲਈ ਅਭਿਆਸ ਕਰਨਾ ਪੈਂਦਾ ਹੈ। ਸੋ ਬਾਬਾ ਰਵਿਦਾਸ ਜੀ ਕਹਿੰਦੇ ਨੇ ਵੀ ਜੋ ਬਿਨ ਦੇਖਿਆ ਉਪਜੈ ਨਹੀਂ ਆਸਾ, ਜਦ ਤੱਕ ਅਸੀਂ ਪਰਮਾਤਮਾ ਨੂੰ ਦੇਖਦੇ ਨਹੀਂ ਜਾਂ ਕਿਸੇ ਚੀਜ਼ ਨੂੰ ਦੇਖਦੇ ਨਹੀਂ ਤੇ ਸਾਡੇ ਮਨ ਵਿੱਚ ਉਹਨੂੰ ਦੇਖਣ ਦੀ ਤਾਂ ਵੀ ਪੈਦਾ ਨਹੀਂ ਹੁੰਦੀ। ਪਰ ਜੋ ਦਿਖਦਾ ਹੈ, ਜੋ ਦਿਸੈ ਸੋ ਹੋਏ ਬਿਨਾਸਾ, ਪਰ ਜੋ ਪਸਾਰਾ ਸਾਨੂੰ ਨਜ਼ਰ ਆਉਂਦਾ ਹੈ ਉਹ ਸਾਰਾ ਨਾਸ਼ਵਾਨ ਹੈ। ਹੁਣ ਗੱਲ ਹੈ ਕਿ ਵਾਹਿਗੁਰੂ ਤੇ ਅਦ੍ਰਿਸ਼ਟ ਹੈ, ਉਹ ਤੇ ਰੰਗ ਰੂਪ ਰੇਖ ਤੋਂ ਨਿਆਰਾ ਹੈ, ਤੇ ਉਹਨੂੰ ਕਿਵੇਂ ਦੇਖਿਆ ਜਾਵੇ। ਸੋ ਗੁਰਬਾਣੀ ਚੋਂ ਹੀ ਇਹਨਾਂ ਗੱਲਾਂ ਦਾ ਸਾਨੂੰ ਜਵਾਬ ਮਿਲਦਾ ਹੈ। ਕਹਿੰਦੇ ਜਲ ਥਲ ਮਈਲ ਗੁਪਤੋ ਵਰਤੈ, ਗੁਰ ਸ਼ਬਦੀ ਦੇਖ ਨਿਹਾਰੀ ਜੀਓ। ਅਰਥਾਤ ਵਾਹਿਗੁਰੂ ਜਲ ਵਿੱਚ, ਥਲ ਵਿੱਚ, ਮਈਲ ਵਿੱਚ, ਪੁਲਾੜ ਵਿੱਚ, ਗੁਪਤ ਰੂਪ ਵਿੱਚ ਵਰਤ ਰਿਹਾ, ਪਰ ਮੈਂ ਗੁਰੂ ਦੇ ਸ਼ਬਦ ਦੇ ਰਾਹੀਂ ਉਹਦੇ ਦਰਸ਼ਨ ਕਰਕੇ ਨਿਹਾਲ ਹੋ ਗਈ, ਉਹਨੂੰ ਮੈਂ ਦੇਖਦੀ ਹਾਂ ਤੇ ਦੇਖ ਕੇ ਮੈਂ ਆਨੰਦਿਤ ਹੁੰਦੀ ਹਾਂ। ਇਹ ਗੱਲ ਨੂੰ ਗੁਰੂ ਸਾਹਿਬ ਨੇ ਹੋਰ ਵੀ ਬੜੀ ਜਗ੍ਹਾ ਕਿਹਾ, ਜਿਵੇਂ ਅਦਿਸ਼ਟ ਅਗੋਚਰ ਗੁਰੂ ਬਚਨ ਧਿਆਇਆ, ਇੱਥੇ ਬਚਨ ਦੇ ਨੰਨੇ ਨੂੰ ਸਿਹਾਰੀਏ, ਗੁਰੂ ਦੇ ਬਚਨਾਂ ਦੁਆਰਾ ਧਿਆਇਆ, ਅਦਿਸ਼ਟ ਅਗੋਚਰ ਗੁਰੂ ਬਚਨ ਧਿਆਇਆ, ਪਵਿੱਤਰ ਪਰਮ ਪਦ ਪਾਇਆ। ਕਿ ਜਦੋਂ ਮੈਂ ਗੁਰੂ ਦੇ ਸ਼ਬਦ ਦਾ ਆਸਰਾ ਲੈ ਕੇ, ਗੁਰੂ ਦੇ ਸ਼ਬਦ ਰਾਹੀਂ ਅਦਿਸ਼ਟ ਅਗੋਚਰ ਪ੍ਰਮਾਤਮਾ ਦੀ ਆਰਾਧਨਾ ਕੀਤੀ, ਧਿਆਨ ਕੀਤਾ, ਤੇ ਮੈਨੂੰ ਪਵਿੱਤਰ ਪਰਮ ਪਦ ਜਿਹੜਾ ਹੈ ਉਹ ਪ੍ਰਾਪਤ ਹੋ ਗਿਆ।
ਹੋਰ ਜਗ੍ਹਾ ਕਹਿੰਦੇ ਨੇ ਅਦ੍ਰਿਸ਼ਟ ਗੋਚਰ ਪਕੜਿਆ ਗੁਰ ਸ਼ਬਦੀ, ਹੁਣ ਸਤਿਗੁਰ ਕੈ ਬਲਹਾਰੀ ਹੈ। ਜਾਂ ਫਿਰ ਸਭ ਮੈਂ ਜੋਤ ਜੋਤ ਹੈ ਸੋਏ, ਤਿਸ ਦੇ ਚਾਨਣ ਸਭ ਮੈਂ ਚਾਨਣ ਹੋਏ। ਗੁਰ ਸਾਖੀ ਜੋਤ, ਇੱਥੇ ਸਾਖੀ ਦਾ ਅਰਥ ਹੈ ਸਿੱਖਿਆ। ਗੁਰੂ ਦੀ ਸਾਖੀ ਰਾਹੀਂ ਉਹ ਜੋਤ ਜਿਹੜੀ ਹੈ ਉਹ ਪ੍ਰਗਟ ਹੁੰਦੀ ਹੈ। ਸੋ ਇਹ ਗੱਲਾਂ ਨੂੰ ਗੁਰੂ ਸਾਹਿਬ ਨੇ ਬਾਰ-ਬਾਰ ਦੱਸਿਆ। ਸੋ ਜਿਵੇਂ ਭੋਜਨ ਗਿਆਨ ਮਹਾਰਸ ਮਿੱਠਾ, ਜਿਨ ਚਾਖਿਆ ਤਿਨ ਦਰਸ਼ਨ ਡੀਠਾ। ਅਰਥਾਤ ਅਕਾਲ ਪੁਰਖ ਵਾਹਿਗੁਰੂ ਦੇ ਦਰਸ਼ਨ ਜਿਹੜੇ ਨੇ ਉਹ ਇਹ ਵਾਲੀਆਂ ਅੱਖਾਂ ਦੇ ਨਾਲ ਨਹੀਂ ਹੁੰਦੇ। ਜਿੱਦਾਂ ਗੁਰਬਾਣੀ 'ਚ ਲਿਖਿਆ ਕਿ ਨਾਨਕ ਸੇ ਅਖੜੀਆਂ ਬੇਅੰਨ, ਬੇ ਦਾ ਮਤਲਬ ਦੂਜੀਆਂ, ਅੰਨ ਮੈਨੇ ਹੋਰ। ਉਹ ਅੱਖਾਂ ਦੂਜੀਆਂ ਹੋਰ ਨੇ, ਜਿਨੀ ਦਿਸੰਦੋ ਮਾਂ ਪਿਰੀ, ਜਿਨ੍ਹਾਂ ਅੱਖਾਂ ਦੇ ਨਾਲ ਮੇਰਾ ਪਤੀ ਪਰਮੇਸ਼ਵਰ ਵਾਹਿਗੁਰੂ ਨਜ਼ਰ ਆਉਂਦਾ ਹੈ। ਸੋ ਮਨ ਦੀਆਂ ਅੱਖਾਂ ਨੇ, ਤੇ ਉਹ ਮਨ ਦੀਆਂ ਅੱਖਾਂ ਨੂੰ ਖੋਲਣ ਦਾ ਇੱਕੋ ਹੀ ਤਰੀਕਾ ਹੈ ਕਿ ਅਸੀਂ ਬਾਣੀ ਪੜ੍ਹੀਏ, ਬਾਣੀ ਵਿਚਾਰੀਏ, ਮਨ ਮਾਰ ਕੇ ਪੜ੍ਹੀਏ। ਹੌਲੀ ਹੌਲੀ ਕਰਦੇ ਕਰਦੇ ਇਹਨਾਂ ਚੀਜ਼ਾਂ ਦਾ ਅਭਿਆਸ ਜਿਹੜਾ ਹੈ ਉਹ ਬਣਦਾ ਹੈ, ਤੇ ਤਾਂ ਹੀ ਫਿਰ ਜਿਹੜੀ ਇਹ ਮਾਇਆ ਦੀ ਪਕੜ ਜਿਹੜੀ ਹੈ ਉਹ ਢਿੱਲੀ ਹੁੰਦੀ ਹੈ, ਤੇ ਮਾਇਆ ਤੋਂ ਜਿਹੜੀ ਇਹ ਰੁਚੀ ਹਟ ਕੇ ਫਿਰ ਜੋ ਮਾਇਆ ਦਾ ਮਾਲਿਕ ਹੈਗਾ, ਜੋ ਮਾਧਵ ਹੈਗਾ, ਉਹਦੇ ਨਾਲ ਪਿਆਰ ਬਣਦਾ ਹੈ। ਆਓ ਦੇਖੀਏ ਅੱਗੇ ਹੁਣ। ਕਹਿੰਦੇ ਖਸਮ ਵਿਸਾਰ, ਖਸਮ ਨੂੰ ਵਿਸਾਰ ਕੇ, ਖਸਮ ਨੂੰ ਭੁਲਾ ਕੇ, ਆਨ ਕੰਮ ਲਾਗੇ। ਆਨ ਮੈਨੇ ਹੋਰ। ਜਿਹੜੇ ਮਨੁੱਖ ਅਕਾਲ ਪੁਰਖ ਪ੍ਰਮਾਤਮਾ ਨੂੰ ਵਿਸਾਰ ਕੇ ਹੋਰ ਹੋਰ ਕੰਮਾਂ 'ਚ ਲੱਗੇ ਰਹਿੰਦੇ, ਗੁਰੂ ਸਾਹਿਬ ਨੇ ਇਸ਼ਾਰੇ ਮਾਤਰ ਕਿਹਾ, ਜੋ ਜੀ ਤੀਰਥ ਤਪ ਦਿਆ ਦਤ ਦਾਨ ਜੇ ਕੋ ਪਾਵੇ ਤਿਲ ਕਾਮਾ। ਕੋਈ ਤੀਰਥ, ਕੋਈ ਦਾਨ, ਕੋਈ ਤਪ, ਕੋਈ ਹੋਰ ਸੁਖਣਾ, ਕੋਈ ਚਲੀਏ, ਬੜਾ ਕੁਛ ਹੈਗਾ। ਮਤਲਬ ਮਨੁੱਖ ਕੀ ਕਰਦਾ ਹੈ ਕਿ ਉਹ ਜਿਹੜੀ ਇੱਕ ਡਰ ਹੈਗਾ ਜਾਂ ਇੱਕ ਲਾਲਚ ਹੈਗਾ, ਇਹ ਦੋ ਗੱਲਾਂ ਦੇ ਅਧੀਨ ਉਹ ਕੋਈ ਨਾ ਕੋਈ ਇੱਦਾਂ ਦੀਆਂ ਜੁਗਤੀਆਂ ਜੁਗਾੜ ਦੇਖ ਸੁਣ ਕੇ ਜਾਂ ਆਪਣੇ ਅੰਦਾਜ਼ੇ ਨਾਲ ਕਰਦਾ ਹੈ। ਪਰ ਕਹਿੰਦੇ ਜਿਹੜਾ ਅਸਲੀ ਕੰਮ ਕਰਨ ਵਾਲਾ ਉਹ ਕਰਦਾ ਨਹੀਂ। ਖਸਮ ਵਿਸਾਰ ਆਨ ਕੰਮ ਲਾਗੇ, ਹੋਰ ਕੰਮਾਂ 'ਚ ਲੱਗਣਾ। ਕਹਿੰਦੇ ਇਵੇਂ ਹੈ ਜਿਵੇਂ ਕੌਡੀ ਬਦਲੇ ਰਤਨ ਤਿਆਗੇ। ਕਹਿੰਦੇ ਇਹ ਕੰਮ ਇਵੇਂ ਹੈ ਜਿਵੇਂ ਕੋਈ ਮਨੁੱਖ ਰਤਨ ਤੇ ਛੱਡ ਦੇਵੇ ਤੇ ਰਤਨ ਦੇ ਵੱਡੇ ਕੌਡੀ ਲੈ ਲਵੇ। ਅਰਥਾਤ ਇਹਦੀ ਵਿਆਖਿਆ ਇਸ ਤਰ੍ਹਾਂ ਕਿ ਇਹ ਜਿਹੜਾ ਮਨੁੱਖਾ ਜਨਮ ਇੰਨਾ ਦੁਰਲਭ ਹੈ, ਉਹਨੂੰ ਅਜਾਈ ਗਵਾ ਰਿਹਾ। ਹੋਰ ਫੋਕਟ ਕਰਮ ਕਰਕੇ, ਖਸਮ ਨੂੰ ਵਿਸਾਰ ਕੇ, ਬਾਣੀ ਪੜ੍ਹ ਕੇ, ਬਾਣੀ ਵਿਚਾਰਨੀ, ਸਿੱਖਣੀ, ਕੰਠ ਕਰਨੀ, ਗਾਣੀ, ਉਹਦੇ ਅਰਥ ਸਿੱਖਣੇ, ਉਹਨੂੰ ਵਿਚਾਰਨਾ, ਸੰਗਤ ਕਰਨੀ, ਸੇਵਾ ਕਰਨੀ, ਇਹ ਛੱਡ ਕੇ ਹੋਰ ਕਰਮ ਕਾਂਡ ਕਰਨੇ। ਇਸ ਤਰ੍ਹਾਂ ਹੈ ਕਿ ਜਿਹਦਾ ਖਾਕ ਛਾਨਦਾ ਪਿਆ, ਉਹ ਆਪਣਾ ਸਮਾਂ ਨਸ਼ਟ ਕਰਦਾ ਪਿਆ, ਆਪਣੀ ਜਿਹੜੀ ਊਰਜਾ ਹੈ ਉਹਨੂੰ ਤਬਾਹ ਕਰਦਾ ਪਿਆ, ਤੇ ਮਨੁੱਖਾ ਜਨਮ ਜਿਹੜਾ ਹੈ ਉਹਦਾ ਅਜਾਈ ਚਲਾ ਜਾਂਦਾ ਹੈ। ਕੌਡੀ ਬਦਲੇ ਰਤਨ ਤਿਆਗੇ। ਕਹਿੰਦੇ ਪ੍ਰਭੂ ਤਿਆਗ ਲਾਗਤ ਅਨ ਲੋਭਾ। ਪ੍ਰਭੂ ਨੂੰ ਤਿਆਗ ਕੇ ਹੋਰ ਲਾਲਚਾਂ ਵਿੱਚ, ਪਦਾਰਥਾਂ, ਜਿਹੜੇ ਪਦਾਰਥ ਉਸ ਅਕਾਲ ਪੁਰਖ ਨੇ ਹੀ ਬਣਾਏ ਨੇ ਤੇ ਉਸ ਅਕਾਲ ਪੁਰਖ ਨੇ ਸਾਡੀ ਝੋਲੀ ਵਿੱਚ ਪਾਏ ਨੇ, ਉਹਨੂੰ ਛੱਡ ਕੇ ਤੇ ਪਦਾਰਥਾਂ ਦੇ ਲਾਲਚ ਵਿੱਚ ਫਸਣਾ, ਮਾਦੇ ਦੇ ਲਾਲਚ ਵਿੱਚ ਫਸਣਾ, ਪਦਾਰਥਵਾਦੀ ਸੋਚ ਨੂੰ ਅਪਣਾਉਣਾ। ਕਹਿੰਦੇ ਇਹ ਤੇ ਭਾਈ ਐਵੇਂ ਦਾਸ ਸਲਾਮ ਕਰਤ ਸੋਭਾ। ਕਹਿੰਦੇ ਭਾਈ ਇਹਦੇ ਨਾਲ ਕੋਈ ਵਡਿਆਈ ਨਹੀਂ ਮਿਲਣੀ। ਜਿਵੇਂ ਕਿ ਦਾਸੀ ਨੂੰ ਸਲਾਮ ਕਰਕੇ, ਨੌਕਰ ਨੂੰ ਸਲਾਮ ਕਰਕੇ ਬੰਦੇ ਨੂੰ ਕਦੀ ਕੋਈ ਸੋਭਾ, ਕੋਈ ਵਡਿਆਈ, ਕੋਈ ਪ੍ਰਾਪਤੀ ਨਹੀਂ ਹੁੰਦੀ। ਅਗਲਾ ਜਿਹੜਾ ਉਦਾਹਰਣ ਹੈ, ਹਜ ਹਮਾਰੀ ਗੋਮਤੀ ਤੀਰ। ਹਜ ਮੈਨੇ ਮੁਸਲਮਾਨਾਂ ਦਾ ਤੀਰਥ, ਮੁਸਲਮਾਨ ਹਜ ਤੇ ਜਾਂਦੇ ਨੇ। ਗੋਮਤੀ ਇੱਕ ਤੀਰਥ ਹੈ ਹਿੰਦੂਆਂ ਦਾ। ਤੀਰ ਦਾ ਮਤਲਬ ਕੰਡਾ। ਇੱਕ ਤੇ ਤੀਰ ਹੁੰਦਾ ਨਾ ਜਿਹੜਾ ਅਸੀਂ ਜਦੋਂ ਤੀਰ ਕਮਾਨ, ਇੱਕ ਤੀਰ ਦਾ ਮਤਲਬ ਹੁੰਦਾ ਹੈ ਕੰਡਾ। ਸੋ ਗੋਮਤੀ ਦਾ ਕੰਡਾ। ਜਹਾਂ ਬਸੇ ਪਿਤੰਬਰ ਪੀਰ। ਇਹ ਥੋੜਾ ਅਨਵੇ ਕਰਨਾ ਪਏਗਾ, ਪਹਿਲੇ ਰਾਹੋ ਦੀ ਅਸੀਂ ਪੰਕਤੀ ਦਾ ਅਰਥ ਕਰਾਂਗੇ, ਫਿਰ ਉੱਪਰਲੀ ਗੱਲ ਸਮਝ ਆਏਗੀ। ਵਾਹ ਵਾਹ ਕਿਆ ਖੂਬ ਗਾਵਤਾ ਹੈ। ਖੂਬ ਮੈਨੇ ਬਹੁਤ ਵਧੀਆ, ਬੜਾ ਕਮਾਲ ਦਾ। ਵਾਹ ਵਾਹ, ਵਾਹ ਵਾਹ ਮੈਨੇ ਵਾਹ ਵਾਹ ਕਰਨੀ ਆ, ਸਿਫਤ ਸਲਾਹ ਕਰਨੀ। ਭਗਤ ਕਬੀਰ ਜੀ ਕਹਿੰਦੇ ਨੇ ਕਿ ਮੇਰਾ ਮਨ ਜਿਹੜਾ ਹੈ ਬਹੁਤ ਖੂਬ ਢੰਗ ਨਾਲ, ਬਹੁਤ ਵਧੀਆ ਢੰਗ ਦੇ ਨਾਲ ਵਾਹ ਵਾਹ ਕਰ ਰਿਹਾ ਹੈ, ਪਰਮਾਤਮਾ ਦੀ ਸਿਫਤ ਸਲਾਹ ਕਰ ਰਿਹਾ ਹੈ ਬੜੇ ਕਮਾਲ ਦੇ ਢੰਗ ਦੇ ਨਾਲ। ਤੇ ਹਰ ਕਾ ਨਾਮ ਮੇਰੇ ਮਨ ਭਾਵਤਾ ਹੈ। ਤੇ ਹਰੀ ਦਾ ਨਾਮ, ਵਾਹਿਗੁਰੂ ਦਾ ਨਾਮ ਮੇਰੇ ਮਨ ਨੂੰ ਬੜਾ ਭਾਵਦਾ ਹੈ, ਭਾਉਂਦਾ ਹੈ, ਚੰਗਾ ਲੱਗਦਾ ਹੈ। ਤੇ ਉਹਦਾ ਨਤੀਜਾ ਕੀ ਨਿਕਲਿਆ ਕਿ ਮੇਰਾ ਮਨ ਜਿਹੜਾ ਹੈ ਇਹੀ ਤੀਰਥ ਬਣ ਗਿਆ। ਤੇ ਹਜ ਹਮਾਰੀ ਗੋਮਤੀ ਤੀਰ। ਤੇ ਮੇਰੇ ਵਾਸਤੇ ਜਿਹੜਾ ਮੇਰਾ ਮਨ ਹੈ, ਜਿਹਦੇ ਵਿੱਚ ਮੇਰਾ ਵਾਹਿਗੁਰੂ ਵਸ ਰਿਹਾ ਹੈ, ਉਹ ਮੇਰੇ ਵਾਸਤੇ ਉਹੀ ਮੁਸਲਮਾਨਾਂ ਦਾ ਹਜ ਹੈ ਤੇ ਹਿੰਦੂਆਂ ਦਾ ਗੋਮਤੀ ਦਾ ਕਿਨਾਰਾ ਹੈ। ਅਰਥਾਤ ਮੈਂ ਕੋਈ ਹਜ ਤੇ ਨਹੀਂ ਜਾਂਦਾ, ਮੈਂ ਕੋਈ ਤੀਰਥਾਂ ਤੇ ਨਹੀਂ ਜਾਂਦਾ, ਮੈਂ ਸਿਮਰਨ ਬੰਦਗੀ ਕਰਕੇ ਜੋ ਪਰਮਾਤਮਾ ਨੂੰ ਪ੍ਰਗਟ ਕੀਤਾ, ਆਪਣੇ ਅੰਦਰ ਪ੍ਰਗਟ ਹੋਏ ਨੇ, ਉਹੀ ਮੇਰੇ ਵਾਸਤੇ ਮੇਰਾ ਤੀਰਥ ਹੈ। ਜਹਾਂ ਬਸੇ ਪਿਤੰਬਰ ਪੀਰ। ਪਿਤੰਬਰ ਮੈਨੇ
ਪੀਤ ਅੰਬਰ, ਪੀਤ ਬਣੇ ਪੀੜਾ ਅੰਬਰ, ਇਹ ਮਤਲਬ ਕਿ ਇੱਕ ਸਨਾਤਨੀ ਨਾਂ ਹੈਗਾ। ਪੀਰ ਆਪਣਾ ਅਰਬੀ ਨਾਂ ਹੈਗਾ। ਸੋ ਪਿਤੰਬਰ ਪੀਰ ਅਕਾਲ ਪੁਰਖ ਵਾਹਿਗੁਰੂ ਦਾ ਵਾਸਾ ਮੇਰੇ ਮਨ ਵਿੱਚ ਹੈ, ਤੇ ਉਹੀ ਮੇਰਾ ਹੱਜ ਹੈ, ਤੇ ਉਹੀ ਮੇਰਾ ਹਿੰਦੂਆਂ ਦਾ ਤੀਰਥ ਗੋਮਤੀ ਤੀਰ ਹੈ। ਫਿਰ ਅੱਗੇ ਕਹਿੰਦੇ ਨੇ ਕਿ ਉਹ ਵਾਹਿਗੁਰੂ ਕਿੰਨਾ ਵੱਡਾ ਹੈ, ਕਿੰਨਾ ਮਹਾਨ ਹੈ। ਕਹਿੰਦੇ ਨਾਰਦ ਸਾਰਦ ਕਰੇ ਖਵਾਸੀ। ਖਵਾਸੀ ਦਾ ਮਤਲਬ ਹੁੰਦਾ ਚੌਬਦਾਰੀ, ਸੇਵਾ। ਨਾਰਦ ਭਗਤ ਤੇ ਸਾਰਦ ਦਾ ਅਰਥ ਹੈ ਸਰਸਵਤੀ। ਮੈਂ ਕਈ ਵਾਰ ਦੇਖਦਾ, ਬੜਾ ਹੈਰਾਨ ਹੁੰਦਾ ਜਦੋਂ ਕਦੀ ਮੈਂ ਦੂਰਦਰਸ਼ਨ ਟੀਵੀ ਦੇਖਦਾ ਹੁੰਦਾ ਸੀ, ਜਲੰਧਰ ਦੂਰਦਰਸ਼ਨ ਬਹੁਤ ਪਹਿਲੇ, ਹੁਣ ਤੇ ਇੱਕ ਅਰਸਾ ਹੋ ਗਿਆ ਟੀਵੀ ਦੇਖੇ, ਤੇ ਉੱਤੇ ਕਦੀ ਕਦੀ ਨਾ ਉਹ ਆਉਂਦੇ ਹੁੰਦੇ ਸੀਗੇ, ਕਿਸੇ ਸੰਗੀਤਕਾਰ ਦਾ ਇੰਟਰਵਿਊ ਆ ਗਿਆ, ਕਿਸੇ ਗਾਇਕ ਦਾ ਇੰਟਰਵਿਊ ਆ ਗਿਆ, ਤੇ ਬੜੀ ਹੈਰਾਨ ਹੁੰਦੀ ਸੀ ਕਿ ਜਿਹੜੇ ਸਿੱਖ ਪਿਛੋਕੜ ਵਾਲੇ ਜੀ ਬੰਦੇ ਹੁੰਦੇ ਸੀ, ਗੀਤਕਾਰ ਜਾਂ ਸੰਗੀਤਕਾਰ, ਉਹ ਆਪਣੇ ਨਾ ਸਟਾਰਟਿੰਗ ਵਿੱਚ ਮੰਗਲਾਚਰਨ ਦੇ ਤੌਰ ਤੇ ਉਹ ਸਰਸਵਤੀ ਦੇਵੀ ਨੂੰ ਬੜਾ ਯਾਦ ਕਰਦੇ ਸੀ, ਕਿਉਂਕਿ ਉਹ ਹੁਣ ਬਾਣੀ ਨਹੀਂ ਨਾ ਪੜ੍ਹਦੇ ਬੰਦੇ, ਤੇ ਉਹ ਵਿਦਿਆ ਦੀ ਦੇਵੀ ਉਹਨੂੰ ਮੰਨਦੇ ਨੇ ਵੀ ਜੇ ਵੀ ਜਿਹੜਾ ਵੀ ਤੁਸੀਂ ਕੋਈ ਵਿਦਿਆ ਪ੍ਰਾਪਤ ਕਰਨੀ ਹੈ ਤੇ ਉਹਦੀ ਜਿਹੜਾ ਸੋਮਾ ਹੈਗਾ ਉਹ ਸਰਸਵਤੀ ਦੇਵੀ ਹੈ। ਸੋ ਪਰ ਗੁਰੂ ਸਾਹਿਬ ਕਹਿੰਦੇ ਨੇ ਗੁਰਬਾਣੀ 'ਚ, ਤੂੰ ਮੇਰੀ ਓਟ ਬਲ ਬੁੱਧ ਧਨ ਤੁਮ ਹੀ। ਇਹ ਵਾਹਿਗੁਰੂ ਜੀ, ਤੂੰ ਮੇਰੀ ਓਟ ਹੈਗੀ ਹੈ, ਤੂੰ ਮੇਰਾ ਬਲ ਤਾਕਤ ਹੈ, ਤੂੰ ਮੇਰੀ ਬੁੱਧੀ ਹੈ, ਤੂੰ ਹੀ ਮੇਰਾ ਪਰਿਵਾਰ ਹੈ, ਤੂੰ ਮੇਰੇ ਪਰਿਵਾਰ ਹੈ। ਇਹ ਸਭ ਕੁਝ ਵਾਹਿਗੁਰੂ ਜਿਹੜਾ ਹੈ ਉਹ ਸਰਬ ਕਲਾ ਭਰਪੂਰ ਹੈ, ਸਰਬ ਕਲਾ ਸਮਰੱਥ ਹੈ। ਤੇ ਗੁਰੂ ਸਾਹਿਬ ਨੇ ਇਹ ਸਮਝਾਇਆ ਵੀ ਅਲੱਗ-ਅਲੱਗ ਦਾਤਾਂ ਲਈ, ਅਲੱਗ-ਅਲੱਗ ਚੀਜ਼ਾਂ ਲਈ, ਅਲੱਗ-ਅਲੱਗ ਦੇਵੀ ਦੇਵਤਿਆਂ ਦੇ ਕੋਲ ਖੱਜਲ ਖੁਆਰ ਹੋਣ ਦੀ ਲੋੜ ਨਹੀਂ। ਵਾਹਿਗੁਰੂ ਸਰਬ ਕਲਾ ਸਮਰੱਥ ਹੈ। ਸੋ ਕਹਿੰਦੇ ਨਾਰਦ ਸਾਰਦ, ਸਾਰਦ ਦਾ ਮਤਲਬ ਇੱਥੇ ਸਰਸਵਤੀ। ਉਹ ਕਹਿੰਦੇ ਜਿਹੜਾ ਮੇਰਾ ਵਾਹਿਗੁਰੂ ਹੈ, ਭਗਤ ਕਬੀਰ ਜੀ ਕਹਿੰਦੇ ਨੇ, ਕਹਿੰਦੇ ਨਾਰਦ ਭਗਤ ਤੇ ਸਰਸਵਤੀ ਦੇਵੀ ਜਿਹੜੇ ਨੇ ਉਹ ਉਹਦੀ ਸੇਵਾ 'ਚ ਲੱਗੀਆਂ ਹੋਈਆਂ ਨੇ। ਤੇ ਮੈਨੂੰ ਨੌਕਰ ਦੇ ਕੋਲ ਜਾਣ ਦੀ ਕੀ ਲੋੜ ਹੈਗੀ ਹੈ, ਮੈਨੂੰ ਕਿਸੇ ਸਰਸਵਤੀ ਦੀ ਕੀ ਲੋੜ ਹੈਗੀ ਹੈ। ਮੈਂ ਸਿੱਧਾ ਉਹ ਨੌਕਰਾਂ ਦਾ ਜੋ ਮਾਲਿਕ ਹੈਗਾ, ਮੈਂ ਉਹਦੇ ਕੋਲ ਜਾਵਾਂਗਾ। ਤੇ ਨਾਲ ਕਹਿੰਦੇ ਪਾਸ ਬੈਠੀ ਬੀਬੀ ਕਵਲਾ ਦਾਸੀ। ਕਵਲਾ ਦਾ ਅਰਥ ਹੈ ਲక్ష్ਮੀ ਦੇਵੀ। ਬੜੇ ਲੋਕਾਂ ਤੁਸੀਂ ਦੇਖਿਆ ਹੋਣਾ, ਫੋਟੋਆਂ ਬਣੀਆਂ ਏਦਾਂ ਹੱਥ ਕੀਤੇ ਹੋਏ ਨੇ, ਕਮਲ ਦਾ ਫੁੱਲ ਹੈਗਾ ਤੇ ਇੱਥੋਂ ਪੈਸੇ ਡਿੱਗਦੇ ਪਏ ਨੇ। ਬੜੇ ਲੋਕੀ ਔਪਚਾਰਿਕ ਤੌਰ ਤੇ ਸੇਵਾ ਕਰਦੇ ਨੇ, ਪੂਜਾ ਕਰਦੇ ਨੇ, ਲక్ష్ਮੀ ਦੀ ਆਰਾਧਨਾ ਕਰਦੇ ਨੇ, ਖਾਸ ਦਿਨਾਂ ਵਿੱਚ ਤੇ ਬਹੁਤ ਜ਼ਿਆਦਾ ਕਰਦੇ ਨੇ। ਸੋ ਭਗਤ ਕਬੀਰ ਜੀ ਕਹਿੰਦੇ ਨੇ ਪਾਸ ਬੈਠੀ ਬੀਬੀ ਕਵਲਾ ਦਾਸੀ। ਉਹ ਕਹਿੰਦੇ ਟਹਿਲਣ ਬਣ ਕੇ, ਉਹ ਅਕਾਲ ਪੁਰਖ ਵਾਹਿਗੁਰੂ ਦੀ ਟਹਿਲਣ ਬਣ ਕੇ ਲక్ష్ਮੀ ਜਿਹੜੀ ਏ ਉਹ ਦਾਸੀ ਬਣ ਕੇ, ਨੌਕਰਾਣੀ ਬਣ ਕੇ ਵੀ ਉਹਦੇ ਕੋਲ ਬੈਠੀ ਹੋਈ ਹੈ। ਸੋ ਜਿਹੜੀ ਲక్ష్ਮੀ ਦੀ, ਜਿਹੜੀ ਦਾਸੀ ਦੀ ਲੋਕੀ ਪੂਜਾ ਕਰਦੇ ਪਏ ਨੇ, ਉਹ ਮਤਲਬ ਕਿ ਉਹ ਕਹਿੰਦੇ ਮੇਰਾ ਵਾਹਿਗੁਰੂ ਤੇ ਜਿਹੜਾ ਹੈ ਉਹ ਸਾਰਿਆਂ ਦਾ ਮਾਲਿਕ ਹੈਗਾ। ਫਿਰ ਜਗਤ ਦਾ ਵਰਤਾਰਾ ਕੁਝ ਦੱਸਦੇ ਨੇ, ਕਹਿੰਦੇ ਆਵਤ ਕੋ ਜਾਤਾ ਕਹੈ। ਆਵਤ ਮੈਨੇ ਜਿਹੜਾ ਵਾਹਿਗੁਰੂ ਦੇ ਰਸਤੇ ਤੇ ਆ ਗਿਆ ਹੈ, ਜਾਂ ਅਸੀਂ ਕਹਿ ਸਕਦੇ ਹਾਂ ਜਿਹਨੇ ਆਪਣਾ ਆਇਆ ਸਫਲ ਕਰ ਲਿਆ ਹੈ, ਉਹਨੂੰ ਤੇ ਲੋਕ ਕਹਿੰਦੇ ਨੇ ਜਾਤਾ। ਜਾਤਾ ਗਏ ਕਿ ਇਹ ਤੇ ਗਿਆ ਗੁਜ਼ਰਿਆ। ਆਮ ਤੌਰ ਤੇ ਕਹਿੰਦੇ ਯਾਰ ਇਹ ਤੇ ਯਾਰ ਇਹ ਫੱਕੜ ਜਿਹਾ ਬੰਦਾ, ਕੋਈ ਗੱਲ ਨਹੀਂ, ਇਹਦੇ ਬਸ ਇਹਦੇ ਕੱਲਾ ਗੁਰਦੁਆਰੇ ਜਾਂਦਾ ਹੈ ਤੇ ਬਸ ਆਪਣਾ ਮਾੜਾ ਮੋਟਾ ਗੁਜ਼ਾਰੇ, ਲੋਕ ਇਹਦਾ ਗੁਜ਼ਾਰਾ ਹੀ ਹੁੰਦਾ, ਬਸ ਇੱਦਾਂ ਦਾ ਹੀ ਹੈ, ਪੂਰਾ ਸੂਰਾ ਹੀ ਹੈ। ਤੇ ਆਵਤ ਕੋ ਜਾਤਾ ਕਹੇ ਤੇ ਜਾਤੇ ਕੋ ਆਇਆ, ਤੇ ਜਿਹੜਾ ਰੱਬ ਵੱਲੋਂ ਗਿਆ ਗੁਜ਼ਰਿਆ ਤੇ ਪਦਾਰਥਾਂ ਵਿੱਚ ਹੀ ਜਿਹੜਾ ਬੜੀ ਡੁਬਕੀਆਂ ਲਗਾ ਰਿਹਾ, ਮਾਇਆ ਦੀ ਖੇਡਾਂ ਖੇਡ ਰਿਹਾ, ਉਹਨੂੰ ਕਹਿੰਦੇ ਰਿਹਾ ਵੀ ਇਹ ਬੰਦਾ ਯਾਰ। ਤੁਸੀਂ ਦੇਖੋ ਨਾ ਸਾਡੇ ਆਲੇ ਦੁਆਲੇ ਅੱਜ ਕੱਲ ਕੀ ਹਮੇਸ਼ਾ ਤੋਂ ਹੀ ਜਗਤ ਵਿੱਚ ਜ਼ਿਆਦਾ ਗੱਲਾਂ ਬਾਤਾਂ ਕਿਹਦੀਆਂ ਹੁੰਦੀਆਂ, ਮਿਲੀਅਨੀਅਰ, ਟ੍ਰਿਲੀਅਨੀਅਰ, ਬਿਲੀਅਨੀਅਰ, ਇਹਦਾ ਫੋਰਬਸ ਵਿੱਚ ਨਾਮ ਆ ਗਿਆ, ਇਹਦਾ ਫੋਰਚੂਨ 500 ਵਿੱਚ ਨਾਮ ਆ ਗਿਆ, ਇਹ ਕੰਪਨੀ ਦਾ ਇਹ ਹੋ ਗਿਆ, ਇਹ ਫਲਾਨਾ CEO ਉਹਨਾਂ ਨੇ ਲਿਆ, ਉਹ ਫਲਾਨਾ CEO ਦੀ ਇੰਨੀ ਤਨਖਾਹ ਹੈਗੀ ਹੈ, ਪੈਕੇਜ। ਸਾਡੇ ਆਮ ਘਰਾਂ ਵਿੱਚ ਅੱਗੇ ਅਸੀਂ ਨਿਆਣਿਆਂ ਨੂੰ ਵੀ ਇਹੀ ਸਿੱਖਿਆਵਾਂ ਦਿੰਦੇ ਹਾਂ ਵੀ ਸਾਡਾ ਨਿਆਣਾ ਜੀ ਇੰਨੇ ਪੈਕੇਜ ਤੇ ਗਿਆ, ਇਹ ਨਿਊਜ਼ੀਲੈਂਡ ਉਹਦਾ ਇੰਨਾ ਪੈਕੇਜ ਹੈਗਾ। ਉਹ ਇਹ ਕਦੀ ਨਹੀਂ ਕਹਿੰਦੇ ਵੀ ਸਾਡਾ ਨਿਆਣਾ ਸਹਿਜ ਪਾਠ ਕਰਦਾ ਹੈ, ਜਾਂ ਸਾਡਾ ਨਿਆਣਾ ਤਬਲਾ ਬੜਾ ਵਧੀਆ ਵਜਾ ਲੈਂਦਾ ਹੈ, ਜਾਂ ਸਾਡਾ ਨਿਆਣਾ ਗੱਤਕਾ ਬੜਾ ਵਧੀਆ ਖੇਡ ਸਿੱਖ ਰਿਹਾ, ਨਾ ਸਾਡਾ ਨਿਆਣਾ ਇਹ ਆਪਣਾ ਸਹਿਜ ਪਾਠ ਆਪਣਾ ਕਰਦਾ ਹੈ, ਕੀਰਤਨ ਕਰਦਾ ਹੈ। ਉਹ ਜਦੋਂ ਵੀ ਗੱਲ ਹੁੰਦੀ ਹੈ ਜ਼ਿਆਦਾਤਰ ਬੰਦੇ ਹੀ ਕਹਿੰਦੇ ਜੀ ਸਾਡਾ ਨਿਆਣਾ ਫਲਾਨੀ ਕੰਪਨੀ ਵਿੱਚ ਹੈਗਾ, ਉਹਦਾ ਇੰਨਾ ਪੈਕੇਜ ਹੈਗਾ ਹੈ, ਕੰਪਨੀ ਨੇ ਉਹਨੂੰ ਕਾਰ ਦਿੱਤੀ ਹੋਈ ਹੈ, ਕੰਪਨੀ ਨੇ ਉਹਨੂੰ ਬੰਗਲੋ ਦਿੱਤਾ ਹੋਇਆ। ਤੇ ਉਹ ਕਿਉਂਕਿ ਮਾਹੌਲ ਹੀ ਇਹੋ ਜਿਹਾ ਬਣਿਆ ਹੋਇਆ, ਤਾਂ ਇਹਨਾਂ ਚੀਜ਼ਾਂ ਲਈ ਸੁਚੇਤ ਹੋ ਕੇ ਜੇ ਉਸ ਪਾਸੇ ਤੁਰੀਏ ਤਾਂ ਹੀ ਅਸੀਂ ਬਚ ਸਕਦੇ ਹਾਂ। ਤੇ ਕਹਿੰਦੇ ਪਰਕੀ ਕੋ ਆਪਣੀ ਕਹਿ ਆਪਣੋ ਨਹੀਂ ਪਾਇਆ। ਜਿਹੜੀ ਮਾਇਆ ਪਰਾਈ ਹੋ ਜਾਣ ਵਾਲੀ ਹੈ ਉਹਨੂੰ ਇਹ ਆਪਣੀ ਕਹਿੰਦਾ, ਤੇ ਜਿਹੜਾ ਨਾਮ ਧਨ ਵਾਹਿਗੁਰੂ ਨੇ ਨਾਲ ਲਿਬਣਾ ਜੋ ਇਹਦਾ ਆਪਣਾ ਹੈ, ਉਹ ਉਹਨੂੰ ਚੰਗਾ ਨਹੀਂ ਲੱਗਦਾ, ਆਪਣੋ ਨਹੀਂ ਪਾਇਆ। ਮੀਠੇ ਕੋ ਕੌੜਾ ਕਹੇ, ਜਿਹੜਾ ਨਾਮ ਰਸ ਸਾਰੇ ਰਸਾਂ ਵਿੱਚੋਂ ਸ੍ਰੇਸ਼ਟ ਰਸ ਹੈਗਾ, ਮਿੱਠਾ ਹੈਗਾ, ਉਹਨੂੰ ਇਹ ਕੌੜਾ ਕਹਿੰਦਾ। ਤੇ ਕੜੂਏ ਕੋ ਮਿੱਠਾ,
ਤੇ ਜਿਹੜੇ ਮਾਇਆ ਦੇ ਕੋਝੇ ਰਸ ਹੈਗੇ ਨੇ, ਜਿਨ੍ਹਾਂ ਨੇ ਅੰਤ ਨੂੰ ਕੌੜੇ ਹੋ ਜਾਣਾ, ਮਿੱਠਾ ਕਰਕੇ ਖਾਇਆ, ਕੌੜਾ ਉਪਜਿਆ ਸਾਧ, ਜਿਨ੍ਹਾਂ ਨੇ ਬਾਅਦ ਚੋਂ ਦੁੱਖ ਦਾ ਹੀ ਸਾਬਿਤ ਹੋਣਾ, ਉਹਨਾਂ ਨੂੰ ਮਿੱਠਾ ਕਰਕੇ ਜਾਣਦਾ। ਰਾਤੇ ਕੀ ਨਿੰਦਾ ਕਰੇ, ਰਾਤੇ ਮੈਨੇ ਰਤਿਆ ਹੋਇਆ, ਰੰਗੇ ਹੋਏ, ਜਿਹੜੇ ਪਰਮਾਤਮਾ ਦੇ ਨਾਂ 'ਚ ਰੰਗੇ ਹੋਏ ਨੇ, ਜਿਹੜੇ ਪਰਉਪਕਾਰੀ ਨੇ, ਜਿਹੜੇ ਸੰਤੋਖੀ ਨੇ, ਜਿਹੜੇ ਸੇਵਾ ਵਿੱਚ ਲੱਗੇ ਹੋਏ ਨੇ, ਬਾਣੀ ਨਾਲ ਜੁੜੇ ਹੋਏ ਨੇ, ਉਹਨਾਂ ਦੀ ਨਿੰਦਾ ਕਰਦੇ ਨੇ, ਉਹਨਾਂ ਨੂੰ, ਉਹਨਾਂ ਦਾ ਮਜ਼ਾਕ ਉਡਾਉਂਦੇ ਨੇ, ਉਹਨਾਂ ਨੂੰ ਟਿਚਣਾ ਕਰਦੇ ਨੇ। ਐਸਾ ਕਲਮੇ ਡੀਠਾ, ਕਹਿੰਦੇ ਐਸਾ ਇਹ ਕਲਯੁਗੀ ਸਮਾਜ ਦੇ ਵਿੱਚ, ਇਹ ਕਲਾ ਕਲੇਸ਼ ਵਾਲੇ ਜੀਵਨ ਵਿੱਚ ਇੱਕ ਐਸਾ ਤਮਾਸ਼ਾ ਦੇਖਣ ਨੂੰ ਆ ਰਿਹਾ। ਇਸ ਗੱਲ ਨੂੰ ਭਗਤ ਕਬੀਰ ਜੀ ਬੜੇ ਸੋਹਣੇ ਢੰਗ ਨਾਲ ਕਹਿੰਦੇ ਨੇ, ਕਹਿੰਦੇ ਐਸੋ ਅਚਰਜ ਦੇਖਿਓ ਕਬੀਰ, ਦਦ ਕਹਿ ਭੋਲੇ ਬਿਰੋਲੇ ਨੀਰ। ਕਹਿੰਦੇ ਇੱਕ ਬੜਾ ਅਜੀਬ ਅਚਰਜ ਦ੍ਰਿਸ਼ ਦੇਖਣ ਨੂੰ ਮਿਲ ਰਿਹਾ ਹੈ ਕਿ ਲੋਕੀ ਦੁੱਧ ਦਹੀਂ ਰੜਕਣ ਦੀ ਬਜਾਏ ਪਾਣੀ ਰੜਕਦੇ ਪਏ ਨੇ, ਅਰਥਾਤ ਜੇ ਪਾਣੀ ਰੜਕਣ ਨਾਲ ਕਦੀ ਮੱਖਣ ਨਹੀਂ ਨਿਕਲਦਾ, ਤੇ ਉਹਦੇ ਭੁਲੇਖੇ ਵਿੱਚ ਰਿੜਕਣਾ ਚਾਹੀਦਾ ਦੁੱਧ ਦਹੀਂ, ਜੇ ਚੋਂ ਮੱਖਣ ਨਿਕਲੇਗਾ, ਆਪਾਂ ਰਿੜਕਦੇ ਪਏ ਨੇ ਪਾਣੀ, ਅਰਥਾਤ ਵੀ ਜ਼ੋਰ ਸਾਰਾ ਮਾਇਆ ਉੱਤੇ ਲਾਇਆ ਹੋਇਆ, ਜੇ ਚੋਂ ਕਦੀ ਸੁੱਖ ਪ੍ਰਾਪਤ ਨਹੀਂ ਹੋਣਾ। ਤੇ ਜਿਹੜਾ ਵਾਹਿਗੁਰੂ ਅੰਗ ਸੰਗ ਹੈਗਾ, ਉਹਨੂੰ ਉਹਦਾ ਨਾਂ ਨਹੀਂ ਜਪਦੇ। ਗੁਰੂ ਨਾਨਕ ਪਾਤਸ਼ਾਹ ਨੇ ਕਿਹਾ ਬੜਾ ਸੋਹਣਾ, ਐਸਾ ਜਗ ਦੇਖਿਆ ਜੁਆਰੀ, ਸਭ ਸੁੱਖ ਮੰਗੇ ਨਾਮ ਵਿਸਾਰੀ। ਵੀ ਸੁੱਖ ਸਾਰੇ ਮੰਗਦੇ ਨੇ, ਪਰ ਕਿੱਦਾਂ? ਨਾਮ ਵਿਸਾਰ ਕੇ। ਭਾਜੀ ਬਾਣੀ ਪੜ੍ਹਨ ਲਈ ਨਾ ਕਹੋ, ਕੋਈ ਜੁਗਤੀ ਦੱਸ ਦਿਓ, ਕੋਈ ਧਾਗਾ ਦੇ ਦਿਓ, ਕੋਈ ਤਵੀਤ ਦੇ ਦਿਓ, ਕੋਈ ਹੋਰ ਕੋਈ ਢੰਗ ਤਰੀਕਾ ਦੱਸ ਦਿਓ। ਮੈਂ ਬਾਣੀ ਪੜ੍ਹਨੀ ਹੈ, ਬਾਣੀ ਪੜ੍ਹਨ ਦਾ ਕੰਮ ਨਾ ਦੱਸੋ। ਅਸੀਂ ਤਾਂ ਵੀ ਕਹਿੰਦੇ ਜੀ ਬਾਣੀ ਪੜ੍ਹਨ ਤੋਂ ਬਿਨਾਂ ਤੇ ਹੋਰ ਕੋਈ ਕੰਮ ਹੀ ਨਹੀਂ ਹੈਗਾ। ਆਇਓ ਸੁਣਨ ਪੜ੍ਹਨ ਕੋ ਬਾਣੀ, ਨਾਮ ਵਿਸਾਰ ਲਗੇ ਲਾਲਚ, ਬਿਰਥਾ ਜਨਮ ਪ੍ਰਾਣੀ। ਸੋ ਇਸ ਤੋਂ ਬਿਨਾਂ ਤੇ ਕੋਈ ਰਾਹ ਹੀ ਨਹੀਂ ਹੈਗਾ। ਮਤਲਬ ਕਿ ਉਦਮ ਜਿਹੜਾ ਹੈ ਉਹ ਤੇ ਇਸ ਪਾਸੇ ਕਰਨਾ ਹੀ ਪੈਣਾ, ਤਪ ਤਾਂ ਉਹ ਤੇ ਕਰਨਾ ਹੀ ਪੈਣਾ। ਸੋ ਕਹਿੰਦੇ ਚੇਰੀ ਕੀ ਸੇਵਾ ਕਰੇ ਠਾਕੁਰ ਨਹੀਂ ਦਿਸੇ। ਚੇਰੀ ਮੈਨੇ ਚੇਲੀ ਅਰਥਾਤ ਦਾਸੀ। ਕਹਿੰਦੇ ਮਾਇਆ ਦੀ ਸੇਵਾ ਕਰਦੇ ਨੇ, ਜਿਹੜਾ ਮਾਇਆ ਦਾ ਮਾਲਿਕ ਹੈਗਾ ਠਾਕੁਰ ਹੈ, ਉਹ ਇਹਨਾਂ ਨੂੰ ਨਜ਼ਰ ਹੀ ਨਹੀਂ ਆਉਂਦਾ। ਪੋਖਰ ਨੀਰ ਵਿਰੋਲੀ ਹੈ ਮਾਖਣ ਨਹੀਂ ਰੀਸੈ। ਪੋਖਰ ਮੈਨੇ ਤਲਾ, ਨੀਰ ਮੈਨੇ ਪਾਣੀ। ਉਹ ਕਹਿੰਦੇ ਵੀ ਨੀਰ ਦਾ, ਪਾਣੀ ਦਾ ਤਲਾ ਰਿੜਕਣ ਦੇ ਨਾਲ, ਵਿਰੋਲੀ ਉਹਨੇ ਰਿੜਕਣਾ, ਮਾਖਣ ਨਹੀਂ ਰੀਸੈ, ਮੱਖਣ ਨਹੀਂ ਨਿਕਲਦਾ ਭਾਈ। ਕਦੀ ਵੀ ਪਾਣੀ ਰਿੜਕਣ ਦੇ ਨਾਲ ਮੱਖਣ ਨਹੀਂ ਨਿਕਲਦਾ। ਇਸ ਤਰ੍ਹਾਂ ਚੇਰੀ ਦੀ ਸੇਵਾ ਕਰਕੇ ਕਦੀ ਵੀ ਸੁਖ ਸ਼ਾਂਤੀ, ਚੜ੍ਹਦੀ ਕਲਾ, ਆਨੰਦ ਪ੍ਰਾਪਤ ਨਹੀਂ ਹੋਏਗਾ। ਆਨੰਦ ਪ੍ਰਾਪਤ ਹੋਣਾ ਹੈ ਸਿਰਫ ਤੇ ਸਿਰਫ ਵਾਹਿਗੁਰੂ ਦਾ ਨਾਮ ਜਪ ਕੇ। ਸੋ ਇਹ ਜਿਹੜੀਆਂ ਗੱਲਾਂ ਨੇ, ਇਹ ਗੱਲਾਂ ਦੇ ਬਾਰੇ ਅਸੀਂ ਬੜਾ ਸਵੈ ਪੜਚੋਲ ਕਰਨੀ ਹੈ। ਕਿ ਅਸੀਂ ਦੇਖਦੇ ਹਾਂ ਕਈ ਵਾਰ ਹੁੰਦਾ ਕੀ ਹੈ, ਮੈਂ ਦੇਖਦਾ ਕਿ ਅਸੀਂ ਜ਼ਬਰਦਸਤੀ ਜਿੱਦਾਂ ਕਰਨ ਦੀ ਕੋਸ਼ਿਸ਼ ਕਰਦੇ ਹਾਂ ਵੀ ਕਿਸੇ ਤਰੀਕੇ ਦੇ ਨਾਲ ਮਾਇਆ ਦਾ ਵੀ ਕੰਮ ਸਾਡਾ ਤੁਰੀ ਜਾਵੇ, ਤੇ ਨਾਲ ਜਿਹੜਾ ਹੈਗਾ ਅਸੀਂ ਰੱਬ ਨਾਲ ਵੀ ਸਾਂਝ ਬਣਾ ਸਕੀਏ। ਪਰ ਇਹ ਗੱਲ ਮੁਮਕਿਨ ਨਹੀਂ ਹੈਗੀ। ਔਰ ਕਈ ਵਾਰ ਮੈਂ ਹੈਰਾਨ ਹੁੰਦਾ ਵੀ ਅਸੀਂ ਆਪਣੀ ਗੱਲ ਨੂੰ ਜਸਟੀਫਾਈ ਕਰਨ ਦੇ ਲਈ ਉਹ ਕਈ ਵਾਰ ਗੁਰਬਾਣੀ ਵੀ ਅਸੀਂ ਕੋਟ ਕਰਦੇ ਹਾਂ ਆਊਟ ਆਫ ਕੰਟੈਕਸਟ। ਜਿੱਦਾਂ ਮੈਂ ਕਹਾਂਗਾ ਕਿ ਮੈਂ ਕਈ ਵਾਰ ਦੇਖਿਆ, ਜਿੱਦਾਂ ਇਹ ਪੰਕਤੀ ਬੜੀ ਕੋਟ ਕੀਤੀ ਜਾਂਦੀ, ਮੋਤੀ ਤਾਂ ਮੰਦਰ ਉਸਰੇ, ਰਤਨੀ ਤਾਂ ਹੋਏ ਜੜਾਓ, ਕਸਤੂਰ ਕੰਗੂ ਅਗਰ ਚੰਦਨ ਲੀਪ ਆਵੇ ਚਾਓ। ਮਤਲਬ ਦੇਖੋ ਜੀ, ਗੁਰੂ ਸਾਹਿਬ ਨੇ ਤੇ ਕਿਹਾ ਕਿ ਮੋਤੀਆਂ ਦੇ ਮੋਤੀ ਜੜੇ ਹੋਏ ਹੋਣ, ਇਹ ਹੋਵੇ ਉਹ ਹੋਵੇ। ਉਹ ਪਰ ਪੂਰਾ ਸ਼ਬਦ ਪੜੋ, ਉਹਦਾ ਜਿਹੜਾ ਸੰਦਰਭ ਹੈ ਉਹ ਪੜੋ, ਉਹ ਗੱਲ ਕੁਝ ਹੋਰ ਨਿਕਲਦੀ ਹੈ। ਪਰ 19 ਪੰਕਤੀ ਲੈ ਕੇ ਆਪਣੀ ਗੱਲ ਨੂੰ ਜਸਟੀਫਾਈ ਕਰਨ, ਦੇਖੋ ਜੀ ਸਿੱਖਾਂ ਕੋ ਵੱਡੀ ਵੱਡੀ ਕੋਠੀਆਂ ਵੀ ਹੋਣੀ ਚਾਹੀਦੀਆਂ, ਇਹ ਵੀ ਹੋਣੀ ਚਾਹੀਦੀ ਹੈ। ਅਸੀਂ ਨਹੀਂ ਕਹਿੰਦੇ ਨਹੀਂ ਹੋਣੀ ਚਾਹੀਦੀਆਂ, ਇਹ ਤੇ ਅੰਡਰਸਟੂਡ ਹੀ ਹੈਗਾ, ਇਹ ਕਹਿਣ ਦੀ ਕੀ ਲੋੜ ਹੈ, ਕਿਉਂਕਿ ਸਾਰਾ ਜਗਤ ਤੇ ਆਲਰੇਡੀ ਇਸ ਪਾਸੇ ਭੱਜੀ ਜਾ ਰਿਹਾ ਰਾਤ ਦਿਨ। ਸੋ ਜਿਹੜਾ ਕੰਮ ਸਿੱਖ ਨੇ ਕਰਨਾ ਹੈ, ਤੁਸੀਂ ਇਹ ਦੇਖੋ ਉਸ ਪਾਸੇ ਅਸੀਂ ਕਿੰਨਾ ਕਰਦੇ ਪਏ ਹਾਂ। ਸੋ ਬਾਰ-ਬਾਰ ਇਹ ਜਿਹੜਾ ਕੰਮ ਆਲਰੇਡੀ ਕਰਦੇ ਪਏ ਹਾਂ ਉਹਦੇ ਬਾਰੇ ਕਹੀ ਜਾਣਾ, ਦੇਖੋ ਜੀ ਮਾਇਆ ਤੋਂ ਬਿਨਾਂ ਵੀ ਗੁਜ਼ਾਰਾ ਨਹੀਂ ਹੈਗਾ। ਵੀ ਇਹ ਗੱਲ ਕਹਿੰਦੇ ਕਿ ਇਹ ਮਾਇਆ ਤੋਂ ਬਿਨਾਂ ਗੁਜ਼ਾਰਾ ਨਹੀਂ ਹੈਗਾ। ਇਹ ਕਿਰਤ ਕਰਨ ਦਾ ਸਿਧਾਂਤ ਕਿਹਦਾ ਹੈਗਾ, ਤੇ ਗੁਰੂ ਸਾਹਿਬ ਦਾ ਹੀ ਸਿਧਾਂਤ ਹੈਗਾ ਨਾ ਕਿਰਤ ਕਰਨ ਦਾ। ਸੋ ਬਾਰ-ਬਾਰ ਆਪਣੀ ਜਿਹੜੀਆਂ ਉਹ ਸਾਡੀ ਇੱਕ ਨਾ ਮਨੁੱਖ ਦੀ ਬਿਰਤੀ ਹੈ ਕਿ ਜਿਹੜੀ ਗੱਲ ਅਸੀਂ ਫੜੀ ਹੋਈ ਹੈ ਨਾ, ਉਹਨੂੰ ਛੱਡਣਾ ਨਹੀਂ ਚਾਹੁੰਦੇ, ਤੇ ਉਹਦੇ ਖਿਲਾਫ ਜਾਂ ਉਹਦੇ ਅਗੇਂਸਟ ਕੋਈ ਵੀ ਗੱਲ ਹਲਕੀ ਜਿਹੀ ਵੀ ਕੀਤੀ ਜਾਵੇ ਤੇ ਇੱਕਦਮ ਅਸੀਂ ਨਾ ਡਿਫੈਂਸਿਵ ਮੋਡ ਵਿੱਚ ਆ ਜਾਂਦੇ ਹੈਗੇ ਆ। ਸੋ ਇਹ ਗੱਲ ਤੇ ਕਦੀ ਇਹ ਤੇ ਕਹਿੰਦੇ ਆ ਤੇ ਅੰਡਰਸਟੂਡ ਹੀ ਹੈਗੀ ਹੈ। ਇਹ ਕਿਹੜਾ ਕੋਈ ਰਾਕਟ ਸਾਇੰਸ ਹੈਗੀ ਹੈ ਕਿ ਮਾਇਆ ਤੋਂ ਬਿਨਾਂ। ਮੈਨੂੰ ਪਤਾ ਬਿਜਲੀ ਦਾ ਬਿੱਲ ਦੇਣਾ ਤੇ ਮੈਂ ਪੈਸੇ ਦੇ ਕੇ ਬਿਜਲੀ ਦਾ ਬਿੱਲ ਦੇਣਾ। ਜੇ ਮੈਂ ਨਾਮ ਜਪਦਾ ਤੇ ਮੈਨੂੰ ਬਿਜਲੀ ਦਾ ਬਿੱਲ ਮੇਰੀ ਬਿਜਲੀ ਫ੍ਰੀ ਤੇ ਨਹੀਂ ਆਏਗੀ, ਨਾ ਹੀ ਨਾਮ ਜਪਣ ਕਰਕੇ ਮੈਨੂੰ ਆਟਾ ਫ੍ਰੀ ਮਿਲਣਾ। ਤੇ ਗੁਰੂ ਸਾਹਿਬ ਨੇ ਕਿਹਾ ਕਿਰਤ ਕਰਨੀ ਹੈ। ਪਰ ਗੁਰੂ ਸਾਹਿਬ ਜਿਹੜਾ ਇਹ ਗੱਲ ਕਹਿੰਦੇ ਨੇ ਵੀ ਸਾਰੋ ਦਿਨਸ ਮਜ਼ਦੂਰੀ ਕਰੈ ਤੇ ਨਾਮ ਕੀ ਬੇਲਾ ਬਜਰ ਸਿਰ ਪਰ ਹੈ। ਜਿਹੜਾ ਕਰਨ ਵਾਲਾ ਕੰਮ ਹੈ ਅਸੀਂ ਤੇ ਉਹਦੀ ਗੱਲ ਕਰ ਰਹੇ ਹਾਂ ਵੀ ਜਿਹੜਾ ਸਭ ਤੋਂ ਜ਼ਰੂਰੀ ਕੰਮ ਹੈ ਉਹ ਅਸੀਂ ਨਹੀਂ ਕਰਦੇ ਪਏ, ਤੇ ਜਿਹੜਾ ਸਾਰੀ ਦੁਨੀਆ ਕਰਦੀ ਪਈ ਜੇ ਅਸੀਂ ਵੀ ਉਸੇ ਬੰਗਰ ਹੀ ਲੱਗੇ ਹੋਏ ਹਾਂ। ਤੇ ਸਾਡੇ ਮਾਪਦੰਡ ਵੀ ਉਹੀ ਹੈਗੇ ਨੇ। ਮੈਂ ਇੱਕ ਵਾਰ ਕਿਤੇ ਕਿਹਾ ਸੀਗਾ ਵੀ ਇਹ ਦੇਖੋ, ਇਹ ਹਰ ਚੀਜ਼ ਦੀ ਆਪਣੀ ਇੱਕ ਸਮਰੱਥਾ ਹੁੰਦੀ ਹੈ, ਹਰ ਚੀਜ਼ ਦੀ ਆਪਣੀ ਲਿਮਿਟੇਸ਼ਨ ਹੁੰਦੀ। ਮੈਂ ਇਹਨੂੰ ਇਸ ਤਰ੍ਹਾਂ ਕਹਿ ਸਕਦਾ
ਵੀ ਮੰਨ ਲਓ ਅਸੀਂ ਜਿੱਦਾਂ ਅਖਬਾਰਾਂ 'ਚ ਰੇਟਿੰਗ ਆਉਂਦੀ ਹੈ ਫਿਲਮਾਂ ਦੀਆਂ, ਸੋ ਮੈਂ ਇਹਨੂੰ ਉਹ ਉਦਾਹਰਨ ਲੈ ਕੇ ਇਹ ਕਹਿ ਸਕਦਾ ਕਿ ਮਾਇਆ ਦੀ ਰੇਟਿੰਗ ਹੈਗੀ ਹੈ ਅੱਧਾ ਸਟਾਰ, ਹਾਫ ਸਟਾਰ ਜਾਂ ਕੁਆਟਰ ਸਟਾਰ। ਇਹ ਮਾਇਆ ਦੀ ਰੇਟਿੰਗ ਹੈਗੀ ਹੈ, ਕੱਚਾ ਧਨ ਹੈਗਾ। ਪਰ ਅਸੀਂ ਇਹਨੂੰ ਰੇਟਿੰਗ ਦਿੱਤੀ ਹੋਈ ਹੈ 5 ਸਟਾਰ, 7 ਸਟਾਰ ਰੇਟਿੰਗ ਦਿੱਤੀ ਹੋਈ ਹੈ। ਸੋ ਮੈਂ ਉਸ ਗੱਲ ਤੇ ਕਹਿ ਰਿਹਾ ਵੀ ਜਿਸ ਚੀਜ਼ ਦੀ ਜਿੰਨੀ ਰੇਟਿੰਗ ਹੈਗੀ ਹੈ, ਜਿੱਦਾਂ ਇਹ 'ਚ ਕਿਹਾ ਨਾ ਦਾਸੀ, ਦਾਸ ਸਲਾਮ ਕਰ ਤਸੂਬਾ, ਇਹ ਦਾਸੀ ਹੈ, ਦਾਸੀ ਦੀ ਲੋੜ ਹੈ, ਪਰ ਦਾਸੀ ਨੂੰ ਦਾਸੀ ਦੇ ਟਿਕਾਣੇ ਤੇ ਹੀ ਰਹਿਣ ਦੇਣਾ ਚਾਹੀਦਾ ਹੈ, ਦਾਸੀ ਨੂੰ ਮਾਲਕ ਨਹੀਂ ਬਣਾਉਣਾ ਚਾਹੀਦਾ। ਇਹ ਗੱਲ ਜਿਹੜੀ ਸਮਝਣ ਵਾਲੀ ਬੜੀ ਜ਼ਰੂਰੀ ਹੈ। ਸੋ ਅਗਲੇ ਗੁਰੂ ਸਾਹਿਬ ਕਹਿੰਦੇ ਸਗਲ ਪਰਾਧ ਏਕ ਗੁਣ ਨਾਹੀ, ਕਿ हे ਵਾਹਿਗੁਰੂ ਜੀ, हे ਸੱਚੇ ਪਾਤਸ਼ਾਹ, हे ਸਤਸੰਗੀ, ਸਾਡੀ ਜੋ ਹਾਲਤ ਕੀ ਹੈ ਮਨੁੱਖਾਂ ਦੀ, ਸਗਲ ਪਰਾਧ ਏਕ ਗੁਣ ਨਾਹੀ, ਸਾਡੇ 'ਚ ਸਾਰੇ ਅਪਰਾਧ ਨੇ, ਸਾਰੇ ਔਗਣ ਨੇ, ਇੱਕ ਵੀ ਗੁਣ ਨਹੀਂ ਹੈਗਾ। ਤੇ ਸਭ ਤੋਂ ਵੱਡਾ ਇਹ ਔਗਣਾਂ ਦਾ ਸੋਮਾ ਕੀ ਹੈ? ਠਾਕੁਰ ਛੋਡੇ ਦਾਸ ਭਜਾ। ਇੱਥੇ ਵੀ ਦਾਸ ਦੇ ਸੱਸੇ ਨੂੰ ਸਿਹਾਰੀ ਹੈ, ਅਰਥਾਤ ਦਾਸੀ, ਵੀ ਠਾਕੁਰ ਨੂੰ ਛੱਡ ਕੇ ਅਸੀਂ ਦਾਸੀ ਦੀ ਭਗਤੀ ਕਰਦੇ ਰਹੇ ਹਾਂ। ਉਹਦਾ ਸਾਡੀ ਸੁਰਤ ਵਿੱਚ ਹਮੇਸ਼ਾ ਦਾਸੀ ਹੈਗੀ ਹੈ, ਹਰ ਵੇਲੇ ਮਾਇਆ ਦੀ ਗੱਲਾਂ ਕਰਦੇ ਹਾਂ। ਭਜਾ ਮੈਨੇ ਉਹਦਾ ਭਜਨ ਕਰਦੇ ਹਾਂ। ਆਈ ਮਸਟ ਜੜਵਤ ਕੀ ਨਹੀਂ ਆਈ, ਜਿਉ ਤਸਕਰ ਦਰ ਸਨਾਹਾ, ਸਨਾਹਾ ਤਸਕਰ ਮੈਨੇ ਚੋਰ, ਸਨਾਹਾ ਮੈਨੇ ਸਨਾਰਾਣੀ। ਸੀ ਉਹ ਕੰਧ ਵਿੱਚ ਸੰਨ ਲਾ ਕੇ ਇੱਟ ਤੋੜ ਕੇ ਵਿੱਚੋਂ ਦੀ ਰਾਹ ਬਣਾ ਕੇ ਚੋਰ ਜਾਂਦੇ ਸੀਗੇ। ਤੇ ਦਰ ਤੇ ਅਰਥਾਤ ਜਿਵੇਂ ਕੋਈ ਚੋਰ ਸੰਨ ਲਾਉਂਦੇ ਫੜਿਆ ਗਿਆ ਹੋਵੇ ਤੇ ਲੋਕੀ ਫਿਰ ਉਹਨੂੰ ਕੁੱਟ-ਕੁੱਟ ਕੇ ਅਧਮੋਇਆ ਕਰ ਦਿੰਦੇ ਨੇ ਤੇ ਉਹ ਬੰਦਾ ਬੇਹੋਸ਼ ਜਿਹਾ ਹੋ ਜਾਂਦਾ ਹੈ। ਤੇ ਕਹਿੰਦੇ ਨਾਮ ਜਪਣ ਵਾਲੇ ਪਾਸੇ, ਬਾਣੀ ਪੜ੍ਹਨ ਵਾਲੇ ਪਾਸੇ, ਗੁਰਮੁਖਾਂ ਵਾਲੇ ਰਸਤੇ ਤੁਰਨ ਵਾਲੇ ਪਾਸੇ ਕਹਿੰਦੇ ਸਾਨੂੰ ਤੇ ਜਿਹੜੀ ਮਸਤ ਮੈਨੇ ਮੁਰਛਾ, ਇੱਦਾਂ ਮਸਤੀ ਛਾਈ ਹੋਈ ਹੈ, ਇੱਦਾਂ ਮਦੋਸ਼ੀ ਛਾਈ ਹੋਈ ਹੈ, ਜਿੱਦਾਂ ਕੋਈ ਜੜ ਪਦਾਰਥਾਂ ਨੂੰ ਛਾਈ ਹੁੰਦੀ ਹੈ। ਤੇ ਅਸੀਂ ਇੱਦਾਂ ਮਦੋਸ਼ ਹੋਏ ਪਏ ਜਿਵੇਂ ਕੋਈ ਚੋਰ ਨੂੰ ਕੁੱਟ ਕੇ ਸੰਨ ਲਾਉਂਦੇ ਵੇਲੇ ਫੜ ਲਿਆ ਹੋਵੇ ਤੇ ਕੁੱਟ ਕੇ ਉਹਨੂੰ ਅਧਮੋਇਆ ਕਰ ਦਿੱਤਾ ਹੋਵੇ। ਨਾਮ ਜਪਣ ਵਾਲੇ ਪੱਖੋਂ ਸਾਡਾ ਇਸ ਤਰ੍ਹਾਂ ਹੈਗਾ। ਗੁਰਬਾਣੀ 'ਚ ਵੈਸੇ ਬਹੁਤ ਜਗ੍ਹਾ ਗੱਲਾਂ ਨੂੰ, ਸਾਡੀ ਅਵਸਥਾ ਨੂੰ ਪੇਸ਼ ਕੀਤਾ ਹੋਇਆ। ਜਿੱਦਾਂ ਇੱਕ ਜਗ੍ਹਾ ਆਉਂਦਾ ਹੈ, ਇੱਕ ਸਰ ਕੇ ਨਾਮ ਬਾਝੋਂ ਆਨ ਕਾਜ ਸਿਆਣੀ। ਮਤਲਬ ਕਿੰਨੀ ਕਮਾਲ ਦੀ ਗੁਰੂ ਸਾਹਿਬ ਨੇ, ਮੈਂ ਕਹਿੰਦਾ ਜੋ ਬਾਣੀ ਹੈ, ਥੋੜੇ ਥੋੜੇ ਸ਼ਬਦਾਂ ਵਿੱਚ ਸਾਡੀ ਸਾਰੀ ਸਮੱਸਿਆ, ਸਾਡੀ ਅਵਸਥਾ ਨੂੰ ਗੁਰੂ ਸਾਹਿਬ ਨੇ ਕਹਿ ਦਿੱਤਾ ਵੀ ਇੱਕ ਸਰ ਕੇ ਨਾਮ ਬਾਝੋਂ, ਤੇ ਇੱਕ ਸਿਰਫ ਪਰਮਾਤਮਾ ਦੀ ਬੰਦਗੀ ਤੋਂ ਬਿਨਾਂ ਆਨ ਕਾਜ ਸਿਆਣੀ, ਹੋਰ ਸਾਰੇ ਕੰਮਾਂ 'ਚ ਮੈਂ ਬੜੀ ਸਿਆਣੀ ਆ। ਪੈਸੇ ਜੋੜਨੇ ਨੇ, ਕਿਹਦੇ ਕੋਲ ਕਿੰਨੇ ਲੈਣੇ ਨੇ, ਕਿੰਨੇ ਦੇਣੇ ਨੇ, ਕਿੱਦਾਂ ਮਲਟੀਪਲਾਈ ਹੋਣੇ ਨੇ, ਕਿਹੜਾ ਪਲਾਟ ਖਰੀਦਾਂਗਾ ਤੇ ਮੇਰੇ ਇੰਨੇ ਬਣਨਗੇ, ਕਿੰਨਾ ਮੈਂ ਇਹ ਕਰਾਂਗਾ, ਹੋਰ ਚੁਸਤੀਆਂ ਚਲਾਕੀਆਂ, ਰਿਸ਼ਤੇਦਾਰੀਆਂ, ਕਿਹਨੂੰ ਕਿਵੇਂ ਖੁਸ਼ ਕਰਨਾ ਹੈ, ਲੋਕਚਾਰੀ ਕਿਵੇਂ ਕਰਨੀ ਹੈ, ਕਿਵੇਂ ਕਿੰਨਾ ਬਣਾ ਕੇ ਰੱਖਣੀ ਹੈ, ਕਿੱਦਾਂ ਕਿਹਦੇ ਨੇੜੇ ਹੋਣਾ, ਕਿੱਦਾਂ ਕਿਹਦੇ ਕੋਲ ਕੰਮ ਕਢਾਉਣਾ। ਮਤਲਬ ਕਿ ਆਨ ਕਾਜ ਸਿਆਣੀ, ਹੋਰ ਸਾਰੇ ਕੰਮਾਂ ਨੂੰ ਮੈਂ ਬਹੁਤ ਸਿਆਣੀ ਹੈਗੀ ਹਾਂ। ਪਰ ਬਸ ਜਦੋਂ ਨਾਮ ਜਪਣ ਦੀ ਗੱਲ ਆਉਂਦੀ ਹੈ, ਬਾਣੀ ਪੜ੍ਹਨ ਦੀ ਗੱਲ ਆਉਂਦੀ ਹੈ, ਉਦੋਂ ਮੈਂ ਬਿਲਕੁਲ ਫਲੈਟ ਹੋ ਜਾਂਦੀ ਹਾਂ। ਸੋ ਇਹ ਸਾਡੀ ਅਵਸਥਾ ਹੈ। ਇਹ ਜਦੋਂ ਅਸੀਂ ਬਾਣੀ ਪੜ੍ਹਦੇ ਹਾਂ ਤੇ ਸਾਨੂੰ ਜਿਹੜਾ ਇਹ ਸਵੈ ਪੜਚੋਲ ਦਾ ਮੌਕਾ ਜਿਹੜਾ ਹੈ ਉਹ ਬੜਾ ਵਧੀਆ ਮਿਲ ਜਾਂਦਾ ਹੈ। ਅੱਗੇ ਨੇ ਸਿੱਧ ਸਾਧਿਕ ਅਰ ਜਖ ਕਿੰਨਰ। ਸਿੱਧ ਮੈਨੇ ਪੁੱਗੇ ਹੋਏ ਜੋਗੀ, ਸਾਧਿਕ ਜਿਹੜੇ ਸਾਧਨਾ ਕਰਦੇ ਪਏ ਨੇ, ਇਸ ਪ੍ਰੋਸੈਸ ਵਿੱਚ ਨੇ। ਅਰ ਮੈਨੇ ਅਤੇ ਜਖ ਮੈਨੇ ਦੇਵਤਿਆਂ ਦੀ ਕਿਸਮ ਹੈ, ਯਕਸ਼ ਜਿਹਨੂੰ ਕਹਿੰਦੇ ਜਖ, ਕਿੰਨਰ ਵੀ ਦੇਵਤਿਆਂ ਦੀ ਕਿਸਮ ਹੈ। ਨਰ ਰਹੀ ਕੰਠ ਉਰਝਾਏ, ਕਹਿੰਦੇ ਕੀ ਸਿੱਧ, ਕੀ ਸਾਧਕ, ਕੀ ਜਖ ਤੇ ਕੀ ਕਿੰਨਰ, ਦੇਵੀ ਦੇਵਤੇ ਤੇ ਕੀ ਨਰ, ਕੀ ਮਨੁੱਖ, ਇਹ ਜਿਹੜੀ ਮਾਇਆ ਹੈ ਇਹ ਸਾਰਿਆਂ ਦੇ ਗਲੇ ਨੂੰ ਚਿੰਬੜੀ ਹੋਈ ਹੈ। ਕੋਈ ਵੀ ਇਹ ਤੋਂ ਬਚਿਆ ਨਹੀਂ ਹੈਗਾ, ਇਹ ਮਾਇਆ ਇੰਨੀ ਬਲਵਾਨ ਹੈ। ਪਰ ਕਹਿੰਦੇ ਜਨ ਨਾਨਕ ਅੰਗ ਕੀਆ ਪ੍ਰਭ ਕਰਤਾ ਹੈ। ਪਰ हे ਨਾਨਕ, ਜਿਹੜੇ ਜਨ ਹੁੰਦੇ ਨੇ, ਜਿਹੜੇ ਵਾਹਿਗੁਰੂ ਦੀ ਬੰਦਗੀ ਕਰਦੇ ਨੇ, ਨਾਮ ਜਪਦੇ ਨੇ, ਉਹਨਾਂ ਦਾ ਅੰਗ ਅਰਥਾਤ ਉਹਨਾਂ ਦਾ ਪੱਖ, ਉਹਨਾਂ ਦਾ ਪਾਸਾ, ਉਹਨਾਂ ਦੀ ਸਾਈਡ ਫਿਰ ਪ੍ਰਭੂ ਕਰਤਾ ਵਾਹਿਗੁਰੂ ਆਪ ਲੈਂਦਾ ਹੈ, ਆਪ ਉਹਨਾਂ ਦੇ ਪਾਸੇ ਖੜਾ ਹੋ ਜਾਂਦਾ ਹੈ। ਤੇ ਉਹ ਵਾਹਿਗੁਰੂ ਕਿੰਨਾ ਸਮਰੱਥ ਹੈ, ਉਹ ਕਿੰਨਾ ਵੱਡਾ ਹੈ। ਕਹਿੰਦੇ ਜਾਂ ਕੈ ਕੋਟ ਐਸੀ ਦਾਸਾਏ। ਮਤਲਬ ਇੱਕ ਦਾਸੀ ਨੇ ਲੋਕਾਂ ਦਾ ਜੀਣਾ ਮੁਹਾਰ ਕੀਤਾ ਹੋਇਆ, ਜਗਤ ਨੂੰ ਮਤਲਬ ਕਿ ਕੁਰਾਹੇ ਪਾਇਆ ਹੋਇਆ ਹੈ। ਗੁਰੂ ਸਾਹਿਬ ਕਹਿੰਦੇ ਉਹ ਵਾਹਿਗੁਰੂ ਇੰਨਾ ਮਹਾਨ ਹੈ, ਇੰਨਾ ਵੱਡਾ ਹੈ ਕਿ ਉਹਦੇ ਕੋਲ ਇਹੋ ਜਿਹੀਆਂ ਕਰੋੜੋ ਦਾਸੀਆਂ ਨੇ, ਇੱਕ ਮਾਇਆ ਨਹੀਂ, ਕਰੋੜੋ ਦਾਸੀਆਂ ਉਹਦੇ ਘਰ ਨੌਕਰੀਆਂ ਕਰਦੀਆਂ ਨੇ, ਉਹਦੀਆਂ ਨੌਕਰਾਨੀਆਂ ਨੇ। ਉਹ ਵਾਹਿਗੁਰੂ ਐਸਾ ਤਾਕਤਵਰ ਵਾਹਿਗੁਰੂ ਆਪਣੇ ਭਗਤਾਂ ਦਾ ਪੱਖ ਪੂਰਦਾ ਹੈ। ਅੱਗੇ ਕਹਿੰਦੇ ਨੇ ਮਾਨ ਕਰੋ ਤੁਧ ਉਪਰੇ ਮੇਰੇ ਪ੍ਰੀਤਮ ਪਿਆਰੇ, ਹਮ ਅਪਰਾਧੀ ਸਦ ਭੂਲਤੇ ਤੁਮ ਬਖਸ਼ਣ ਹਾਰੇ। हे ਵਾਹਿਗੁਰੂ ਜੀ, ਅਸੀਂ ਅਪਰਾਧੀ ਹਾਂ, ਗੁਨਾਹਗਾਰ ਹਾਂ, ਸਦ ਭੂਲਤੇ, ਸਦਾ ਭੁੱਲਾਂ ਕਰਦੇ ਹਾਂ, ਪਰ ਤੁਹਾਡੀ ਵਡਿਆਈ ਹੈ ਕਿ ਤੁਮ ਬਖਸ਼ਣ ਹਾਰੇ, ਤੁਸੀਂ ਬੜੇ ਬਖਸ਼ੰਦ ਹੋ। ਅਸੰਖ ਖਤੇ ਖਿਨ ਬਖਸ਼ਣ ਹਾਰਾ।
जेता समुद्र सागर नीर भरिया ते अवगुण हमारे, दया करो कुछ मेहर पावो डुबदे पत्थर तारे, तेरा एक नाम तारे संसार, मैं इहा आस इहो आधार। साडी यही ताकत है, साडा जिहड़ा सिदक है, यह भरोसा है, यही साडा चढ़दी कला दा सोमा है, यही साडी पॉजिटिव थॉट है। यह जिहड़ी चीज़ है, यह सानू कदी चिंता विच नहीं डिगन दिंदी, सानू डर तो दूर रखती है, सानू भविख दी कोई संशय ने उन्हां तो दूर रखती है। यह जो गुरु साहब ने एक नाम का जिहड़ा आसरा सानू बख्शिया है, यह बड़ा कमाल का है। ते कहंदे मान करो तुद उपरे मेरे प्रीतम प्यारे। हे वाहिगुरू जी, तुहाडे इस बिरध करके कि तुसी पतित पावन हो, भगत वछल हो, मैं तुहाडे ते माण करदा। मैनू तुहाडे इस सिदक ते, तुहाडे इस बिरध ते मैनू भरोसा है। हे मेरे प्रीतम, हे मेरे प्यारे, हम अवगण करें असंख नीत, तुम निर्गुण दाता। ਅਸੀਂ ਤੇ ਰੋਜ਼ ਅਸੰਖ ਨਾ ਗਿਣਨ ਯੋਗ ਔਗਣ ਕਰਦੇ ਹਾਂ, ਨੀਤ ਰੋਜ਼ ਕਰਦੇ ਹਾਂ, ਤੁਮ ਨਿਰਗੁਣ ਦਾਤਾਰੇ, ਪਰ ਤੁਸੀਂ ਅਕਿਰਤ ਕਣਾਂ ਨੂੰ ਵੀ ਦਾਤਾਂ ਦੇਣ ਵਾਲੇ ਹੋ। ਜਿਹੜੇ ਗੁਣਹੀਣ ਨੇ ਉਹਨਾਂ ਨੂੰ ਵੀ ਬਖਸ਼ਣ ਵਾਲੇ ਹੋ, ਉਹਨਾਂ ਨੂੰ ਵੀ ਦਾਤਾਂ ਦਿੰਦੇ ਹੋ। ਤੇ ਸਾਡੇ ਕਰਮ ਕੀ ਨੇ? ਦਾਸੀ ਸੰਗਤ ਪ੍ਰਭੂ ਤਿਆਗੇ ਕਰਮ ਹਮਾਰੇ। ਵੀ ਇਹ ਪ੍ਰਭੂ ਜੀ, ਅਸੀਂ ਤੇ ਤੁਹਾਨੂੰ ਤਿਆਗ ਕੇ, ਤੁਹਾਨੂੰ ਵਿਸਾਰ ਕੇ ਤੇ ਆਪਣੀ ਜਿਹੜੀ ਸੰਗਤ ਹੈ, ਆਪਣਾ ਸੰਗ ਸਾਥ ਜਿਹੜਾ ਦਾਸੀ ਦੇ ਨਾਲ ਬਣਾਇਆ ਹੈ, ਇਹ ਸਾਡੇ ਕਰਮ ਨੇ। श्री तर मोहन सगल उपावन, निरंकार सुख दाता, ऐसा प्रभ छोड़ करे अनसेवा, कवन बिख्या रस माता। कहते मोहन बड़ा सोहना मन नूं मोह लैण वाला। श्री तर, श्री मैंने लक्ष्मी, तर मैंने आसरा, लक्ष्मी का आसरा अर्थात अकाल पुरख वाहिगुरू। ओ अकाल पुरख वाहिगुरू श्री तर मोहन बड़ा सोहना मन नूं मोह लैण वाला, सगन उपावन सारियां नूं पैदा करन वाला, निरंकार जिहदा कोई खास आकार नहीं, वो हर एक रूप विच है, हर एक रंग विच है, हर एक आकार विच है, सुखदाता सुखां दा दाता है। इहो जे प्रभु नूं छड्ड के तू होर दी सेवा विच लग्या होया, जनधन दी सेवा च लग्या होया, पदार्थां दे चक्करां च पिया होया, कवन बिख्या रस माता, ते तू किहो जे इस माया दे कुझे रसां दे विच मस्त होया पिया मत। रे मन मेरे तू गोविंद भाज, मन नूं प्रेरणा है, हे मेरे मन तू गोविंद दा भजन कर, अकाल पुरख दा भजन कर, ओदी बंदगी कर। फिर कहंदे अवर उपाव सगल में देखे, कहंदे बंदगी तो छुट, नाम तो हट के होर किन्ने उपाव दसे जांदे ने, प्रचलित ने, आंडी गुआंढी करते हैं, कई करते हैं, कोई दस पाते हैं। कहते मैं सगल में मैं सारे देख चुका, ते उन्हां दा मैं सिट्टा भी देखिया, नतीजा भी देखिया कि है जो चित भी है तित बिगरस काज। कहते इहो जिहा कोई भी उपा अकाल पुरख परमात्मा नूं छड्ड के, ਉਹਦਾ आसरा, ਉਹਦੀ शरण छड्ड के कोई होर जुगाड़ विच पैना, कोई होर उपा दे विच पैना, कोई होर स्कीमां करनियां, तित बिगरस काज, ਉਹਦੇ ਨਾਲ ਤੇ आत्मिक राह दे विच कंडे होर उग पैंदे ने, आत्मिक गिरावट होर आंदी है, होर कलेश, होर चिंता, होर फिकर, होर संशय जिहड़े ने ਉਹ जन्म लै लैंदे ने। ठाकुर छोड़ दासी को सिमरें, मनमुख अंध अज्ञाना, ਜਿਹੜੇ ਮਨ ਦੇ ਮੁਰੀਦ ਹੁੰਦੇ ਨੇ, ਮਾਇਆ ਦੇ ਮੋਹ ਵਿੱਚ ਅੰਨੇ ਹੋਏ ਹੁੰਦੇ ਨੇ, ਜਿਹੜੇ ਆਤਮਿਕ ਜੀਵਨ ਦੀ ਸੂਝ-ਬੂਝ ਤੋਂ ਅਗਿਆਨੀ ਹੁੰਦੇ ਨੇ, ਕਹਿੰਦੇ ਉਹ ਠਾਕੁਰ ਛੋੜ ਦਾਸੀ ਕੋ ਸਿਮਰੇ। ਉਹ ਠਾਕੁਰ ਨੂੰ ਛੱਡ ਕੇ, ਮਾਲਿਕ ਨੂੰ ਛੱਡ ਕੇ ਦਾਸੀ ਦਾ, ਨੌਕਰਾਣੀ ਦਾ, ਮਾਇਆ ਦਾ ਸਿਮਰਨ ਕਰਦੇ ਨੇ। ਉਹਦੇ ਕੋਈ ਪਤਾ ਲੱਗਦਾ ਸਿਮਰੇ, ਹੁਣ ਅਸੀਂ ਮਾਇਆ ਮਾਇਆ ਥੋੜੀ ਕਰਦੇ ਹਾਂ, ਜਪਦੇ ਹਾਂ। ਸਿਮਰੇ ਦਾ ਕੀ ਮਤਲਬ ਹੋਇਆ? ਵੀ ਇਹਨਾਂ ਨੂੰ ਵੀ ਸਿਮਰਨ ਸਿਰਫ ਅਕਾਲ ਪੁਰਖ ਦਾ ਨਹੀਂ ਹੁੰਦਾ, ਸਿਮਰਨ ਬੱਚਿਆਂ ਦਾ ਵੀ ਹੋ ਸਕਦਾ ਹੈ, ਸਿਮਰਨ ਕੱਪੜਿਆਂ ਦਾ ਵੀ ਹੋ ਸਕਦਾ ਹੈ, ਸਿਮਰਨ ਰੋਟੀ ਭੋਜਨ ਦਾ ਵੀ ਹੋ ਸਕਦਾ ਹੈ, ਸਿਮਰਨ ਗੱਡੀਆਂ ਦਾ ਵੀ ਹੋ ਸਕਦਾ ਹੈ, ਠੀਕ ਹੈ ਨਾ, ਤੇ ਸਿਮਰਨ ਮਾਇਆ ਦਾ ਵੀ ਹੋ ਸਕਦਾ ਹੈ। ਅਰਥਾਤ ਸਾਡੀ ਸੁਰਤ ਵਿੱਚ ਕਿੰਨੇ ਥਾਂ ਜਮਾਈ ਹੋਈ ਹੈ, ਇਹ ਦੇਖਣਾ ਹੈ। ਤਾਂ ਹੀ ਗੁਰੂ ਸਾਹਿਬ ਨੇ ਕਿਹਾ ਸ਼ਬਦ ਗੁਰੂ ਸੁਰਤ ਤੁਨ ਚੇਲਾ, ਜਿਹੜੀ ਸੁਰਤ ਹੈਗੀ, ਜੇਹਾ ਸੁਰਤ ਤੇਹਾ ਤਿਨ ਰਾਹ, ਸੁਰਤ ਵਿੱਚ ਜਿਹੜੀ ਚੀਜ਼ ਹੋਏਗੀ ਮਨੁੱਖ ਉਸੀ ਰਾਹ ਤੇ ਜਾਏਗਾ। ਸੋ ਜਿਹੜੀ ਸੁਰਤ ਨੂੰ ਸੰਭਾਲਣਾ ਬੜਾ ਜ਼ਰੂਰੀ ਹੈ, ਸੁਰਤ ਵਿੱਚ ਸ਼ਬਦ ਨੂੰ ਟਿਕਾਣਾ ਬਹੁਤ ਜ਼ਰੂਰੀ ਹੈਗਾ। ਸੋ ਠਾਕੁਰ ਛੋੜ ਦਾਸੀ ਕੋ ਸਿਮਰੇ, ਮਨਮੁਖ ਅੰਧ ਗਿਆਨਾ, ਹਰ ਕੀ ਭਗਤ ਕਰੇ ਤਿਨ ਨਿੰਦੇ, ਨਿਗੁਰੇ ਪਸ਼ੂ ਸਮਾਨਾ। ਇਹੋ ਜਿਹੇ ਮਨਮੁਖ ਜਿਹੜੇ ਹੁੰਦੇ ਨੇ, ਨਿਗੁਰੇ ਹੁੰਦੇ ਨੇ, ਗੁਰੂ ਤੋਂ ਵੀ ਹੁਣੇ ਗੁਰੂ ਦਾ ਗਿਆਨ ਨਹੀਂ ਪ੍ਰਾਪਤ ਕਰਦੇ। ਪਸ਼ੂ ਸਮਾਨਾ, ਉਹਨਾਂ ਦੀ ਜਿਹੜੀ ਬੁੱਧੀ ਹੈ, ਉਹਨਾਂ ਦੀ ਸੋਚ ਹੈ, ਪਸ਼ੂਆਂ ਵਰਗੀ ਹੁੰਦੀ ਹੈ। ਤੇ ਹਰ ਕੀ ਭਗਤ ਕਰੇ ਤੇ ਨਿੰਦੇ, ਤੇ ਜਿਹੜੇ ਬੰਦਗੀ ਵਾਲੇ ਬੰਦੇ ਨੇ, ਉਹਨਾਂ ਦੀ ਉਹ ਨਿੰਦਾ ਕਰਦੇ ਨੇ। ਜਿਉ ਪਿੰਡ ਤਨ ਧਨ ਸਭ ਪ੍ਰਭ ਕਾ, ਸਾਕਤ ਕਹਿਤੇ ਮੇਰਾ। ਸਾਕਤ ਮੈਨੇ ਮਨਮੁਖ ਟੁੱਟੇ ਹੋਏ ਰੱਬ ਤੋਂ। ਕਹਿੰਦੇ ਜਿੰਦ, ਇਹ ਪਿੰਡ ਸਰੀਰ, ਇਹ ਤਨ ਕਾਇਆ, ਧਨ ਪਦਾਰਥ, ਇਹ ਸਾਰੇ ਅਕਾਲ ਪੁਰਖ ਪਰਮਾਤਮਾ ਦੀ ਨਿਆਮਤ ਹਨ, ਉਹਦੀ ਦਾਤਾ ਹਨ। ਪਰ ਜਿਹੜੇ ਗਿਆਨਹੀਣ ਹਨ,
ਜਿਹੜੇ ਗੁਰੂ ਤੋਂ ਗਿਆਨ ਪ੍ਰਾਪਤ ਨਹੀਂ ਕਰਦੇ ਉਹ ਕੀ ਕਹਿੰਦੇ ਨੇ, ਕਹਿੰਦੇ ਮੇਰਾ ਸਾਕਤ ਕਹਤੇ ਮੇਰਾ, ਜਿਹੜੀ ਚੀਜ਼ ਉਹਨਾਂ ਦੀ ਹੈ ਹੀ ਨਹੀਂ ਉਹ ਤੇ ਦਾਵਾ ਕਰਦੇ ਨੇ। ਕਹਿੰਦੇ ਅਹੰਗ ਬੁੱਧ ਦੁਰਮਤ ਹੈ ਮੈਲੀ, ਬਿਨ ਗੁਰ ਭਵਜਲ ਫੇਰਾ। ਇਸ ਅਹੰਗ ਬੁੱਧ ਕਰਕੇ, ਇਸ ਹਉਮੈ ਵਾਲੀ ਸੋਚ ਕਰਕੇ ਉਹਨਾਂ ਦੀ ਮਤ ਖੋਟੀ ਬਣ ਜਾਂਦੀ ਹੈ, ਦੁਰਮਤ ਬਣ ਜਾਂਦੀ ਹੈ, ਮੈਲੀ ਮੈਲ ਭਰੀ ਹੋ ਜਾਂਦੀ ਹੈ, ਤੇ ਗੁਰੂ ਦੇ ਗਿਆਨ ਤੋਂ ਬਿਨਾਂ ਉਹਨਾਂ ਦਾ ਇਸ ਸੰਸਾਰ ਸਾਗਰ ਦੇ ਵਿੱਚ ਗੇੜਾ ਮੁੱਕਣ ਵਿੱਚ ਨਹੀਂ ਆਉਂਦਾ। ਕਹਿੰਦੇ ਆਇਓ ਲਾਭ ਲਾਭਣ ਕੈ ਤਾਈ, ਲਾਭਣ ਮਾਨੇ ਲੱਭਣ ਵਾਸਤੇ, ਲਾਭ ਮਾਨੇ ਲਾਹਾ। ਕਹਿੰਦੇ ਆਇਆ ਤੇ ਸੀ ਤੂੰ ਮਨੁੱਖਾ ਜਨਮ ਲੈ ਕੇ ਕੋਈ ਖੱਟੀ ਖੱਟਣ, ਪ੍ਰਾਣੀ ਤੂੰ ਆਇਆ ਲਾਹਾ ਲੈਣ, ਲੱਗਾ ਕਿਤ ਕੋ ਫਕੜੇ ਸਭ ਮੁਕਦੀ ਚੱਲੀ ਰਹਿਣ। ਤੂੰ ਆਇਆ ਤੇ ਸੀ ਇੱਥੇ ਕੋਈ ਖੱਟੀ ਖੱਟਣ, ਕੋਈ ਲਾਭ ਲੈਣ, ਮੋਹਨ ਠਗੌਰੀ ਸਿਉ ਉਲਝ ਪਰਾ। ਹੁਣ ਦੇਖੋ ਮੋਹਨ ਦੇ ਨੰਨੇ ਨੂੰ ਸਿਹਾਰੀ ਹੈ, ਅਰਥਾਤ ਇਸਤਰੀ ਲਿੰਗ ਹੈ, ਮੋਹਣੀ ਮਨ ਨੂੰ ਮੋਹ ਲੈਣ ਵਾਲੀ ਅਰਥਾਤ ਮਾਇਆ, ਠਗੌਰੀ ਠੱਗ ਬੂਟੀ। ਸੋ ਮਨ ਨੂੰ ਮੋਹ ਲੈਣ ਵਾਲੀ ਠੱਗ ਬੂਟੀ ਮਾਇਆ ਦੇ ਨਾਲ ਤੂੰ ਉਲਝ ਪਿਆ, ਅਰਥਾਤ ਉਹਦੇ ਨਾਲ ਇਕਮਿਕ ਹੋ ਗਿਆ, ਉਹਨਾਂ ਤੇਰੀ ਰੁਚੀ ਬਣ ਗਈ, ਮਿਲ ਗਈ। ਕੰਮ ਕੋਈ ਹੋਰ ਆਇਆ ਸੀਗਾ ਤੇ ਕਿਸੇ ਹੋਰ ਕੰਮ ਪੈ ਗਿਆ। ਤੇ ਕਹਿੰਦੇ ਕਾਚ ਬਾਦਰੈ ਲਾਲ ਖੋਈ ਹੈ, ਕਾਚ ਬਾਦਰੈ, ਕਾਚ ਮੈਨੇ ਕੱਚ, ਬਾਦਰੈ ਮੈਨੇ ਬਦਲੇ, ਉਹਦੇ ਐਕਸਚੇਂਜ ਵਿੱਚ ਕੱਚ ਦੇ ਬਦਲੇ ਲਾਲ ਮੈਨੇ ਬੜਾ ਕੀਮਤੀ ਜਿਹੜਾ ਹੁੰਦਾ ਹੈ ਉਹਨੂੰ ਤੂੰ ਗਵਾ ਰਿਹਾ, ਅਰਥਾਤ ਲਾਲ ਛੱਡ ਰਿਹਾ ਤੇ ਕੱਚ ਇਕੱਠਾ ਕਰ ਰਿਹਾ। ਫਿਰ ਇਹ ਅਵਸਰ ਕਦ ਲਹਾ, ਪਰ ਸੋਚ ਪਾਈ ਫਿਰ ਜਿਹੜਾ ਇਹ ਮਨੁੱਖਾ ਜਨਮ ਦਾ ਜਿਹੜਾ ਅਵਸਰ ਹੈ, ਮੌਕਾ ਹੈ, ਇਹ ਫਿਰ ਤੈਨੂੰ ਕਦੋਂ ਮਿਲੇਗਾ, ਇਹਦੇ ਬਾਰੇ ਸੋਚ। ਇਹ ਦੁਰਲਭ ਜਨਮ ਜਿਹੜਾ ਤੈਨੂੰ ਮਿਲਿਆ, ਇਹ ਸਵਾਸ ਮਿਲੇ ਨੇ, ਇਹ ਜਿਹੜੇ ਮੁੰਡਿਆਂ ਦੇ ਉੱਤੇ ਤੇਰਾ ਸਿਰ ਦਿੱਤਾ ਤੇ ਸਿਰ ਵਿੱਚ ਦਿਮਾਗ ਦਿੱਤਾ, ਜੇ ਇਸੀ ਸਿਰ ਤੇ ਸਿੰਘ ਹੋਣ ਤੇ 2 ਹੱਥ ਥੱਲੇ ਹੋਣ, 4 ਪੈਰ ਹੋਣ, ਤੇ ਫਿਰ ਤੂੰ ਇਹ ਕੰਮ ਨਹੀਂ ਕਰ ਸਕਦਾ। ਇਹ ਕੰਮ ਤੂੰ ਇਸੀ ਜੂਨ ਵਿੱਚ, ਮਨੁੱਖਾ ਜੂਨ ਵਿੱਚ ਹੀ ਕਰ ਸਕਦਾ ਹੈ। ਇਹ ਜਿਹੜਾ ਮੌਕਾ ਮਿਲਿਆ ਤੈਨੂੰ, ਇਹ ਮਨੁੱਖ ਹੈਗਾ, ਤੂੰ ਸੋਚ ਸਕਦਾ, ਵਿਚਾਰ ਸਕਦਾ, ਇਹਦਾ ਜਿਹੜਾ ਲਾਹਾ ਜਿਹੜਾ ਹੈ ਤੂੰ ਜ਼ਰੂਰ ਲੈ। ਕਹਿੰਦੇ ਮਾਨਸ ਕੋ ਜਨਮ ਲੀਨ, ਮਨੁੱਖ ਦਾ ਜਨਮ ਲੈ ਲਿਆ, ਸਿਮਰਨ ਨੇ ਨਿਮਕੀਨ, ਪਰ ਜਿਹਨੇ ਦਿੱਤਾ ਸੀ ਸਰੀਰ, ਮਨੁੱਖਾ ਜਨਮ, ਇਹ ਸਰੀਰ ਆ ਮੇਰਿਆ, इस जग में आए क्या क्या तुद कर्म कमाया, के कर्म कमाए तुद शरीरा जान तू जग में आया, जिन हर तेरा रचन रचिया सो हर मन ना। सो सिमरन ने निमकीन, बिल्कुल पल पल भी तू सिमरन नहीं किया, दारा सुख बेओदीन, पति पत्नी दे सुख, पत्नी वास्ते पति ते पति वास्ते पत्नी, ओदे सुख विच तू बिल्कुल दीन लाचार हो गया, मजबूर हो गया। पगों परी बेरी, पगों माने पग नू, पैरां नू, ਇਹ ਕੁਟੁੰਬ ਦੇ ਮੋਹ ਵਿੱਚ, ਪਰਿਵਾਰ ਦੇ ਮੋਹ ਵਿੱਚ ਪੈ ਕੇ ਮੰਨ ਲਓ ਤੇਰੇ ਪੈਰਾਂ 'ਚ ਬੇੜੀਆਂ ਪੈ ਗਈਆਂ। ਨਾਨਕ ਜਨ ਕਹਿ ਪੁਕਾਰ, ਸੁਪਨੇ ਜਿਉ ਜਗ ਪਸਾਰ। ਨਾਨਕ ਦਾਸ ਇਹ ਗੱਲ ਪੁਕਾਰ ਕੇ ਕਹਿ ਰਿਹਾ ਕਿ ਇਹ ਜਗ ਦਾ ਜਿਹੜਾ ਪਸਾਰਾ ਹੈ, ਇਹ ਜਿਹੜਾ ਖਲਾਰਾ ਹੈ, ਜੋ ਤੂੰ ਆਪਣੇ ਆਲੇ ਦੁਆਲੇ ਦੇਖਦਾ ਹੈ, ਇਹ ਕੁਟੁੰਬ ਤੂੰ ਜੇ ਦੇਖਦਾ ਚੱਲੇ ਨਹੀਂ ਤੇਰੇ ਨਾਲ ਭਾਈ, ਇਹ ਇੱਕ ਸੁਪਨੇ ਦੀ ਨਿਆਈ ਹੈ ਇਹ ਸਾਰਾ ਪਸਾਰਾ। ਸਿਮਰਤ ਨੇ ਕਿਉਂ ਮੁਰਾਰ ਆਇਆ ਜੰਤੀ ਚੇਰੀ, ਭਾਈ ਇਹ ਜਿਹੜੀ ਮਾਇਆ ਜੇ ਤੋਂ ਤੂੰ ਇੰਨਾ ਪ੍ਰਭਾਵਿਤ ਹੈਗਾ, ਇਹ ਉਸ ਅਕਾਲ ਪੁਰਖ ਦੀ ਚੇਲੀ ਹੈ, ਉਹਦੀ ਨੌਕਰਾਨੀ ਹੈ, ਉਹਦੀ ਦਾਸੀ ਹੈ, ਤੇ ਉਸ ਮੁਰਾਰ ਨੂੰ, ਉਸ ਮਾਲਿਕ ਨੂੰ ਤੂੰ ਕਿਉਂ ਨਹੀਂ ਸਿਮਰਦਾ। ਭਗਤ ਨਾਮਦੇਵ ਜੀ ਦੇ ਸ਼ਬਦ ਵਿੱਚੋਂ ਬੜਾ ਵੱਡਾ ਇੱਕ ਸ਼ਬਦ ਹੈ, ਇੱਕ ਬੰਦ ਲਿਆ, ਇਹ ਦੇਖੀਏ ਬੜਾ ਰੋਚਕ ਸੀਗਾ ਤੇ ਮੈਂ ਕਿਹਾ ਚਲੋ ਇਹ ਵੀ ਸਾਂਝਾ ਕਰੀਏ। ਜਾਂਚੈ ਘਰ ਗਣ ਗੰਧਰਵ ਰਿਖੀ ਬਪੁੜੇ, ਢਾਡੀਆਂ ਗਾਵੰਤ ਆਛੈ, ਜਾਂਚੈ ਕਰ, ਜਾਂਚੈ ਕਰ ਜਿਸ ਦੇ ਘਰ ਵਿੱਚ। ਹੁਣ ਭਗਤ ਨਾਮਦੇਵ ਜੀ ਉਸ ਵਾਹਿਗੁਰੂ ਦੀ ਵਡਿਆਈਆਂ, ਉਹਦਾ ਵਡੱਪਨ, ਉਹਦੀ ਸਮਰੱਥਾ ਦੱਸ ਰਹੇ ਨੇ ਕਿ ਉਹ ਵਾਹਿਗੁਰੂ ਕਿੰਨਾ ਮਹਾਨ ਹੈ, ਕਿੰਨਾ ਵੱਡਾ ਹੈ, ਕਿੰਨਾ ਤਾਕਤਵਰ ਹੈ। ਤੇ ਕਿੰਨਾ ਤਾਕਤਵਰ ਹੈ, ਕਹਿੰਦੇ ਜਾਂਚੈ ਕਰ ਜਿਹਦੇ ਘਰ ਵਿੱਚ ਗਣ, ਗਣ ਦਾ ਅਰਥ ਹੈ ਸ਼ਿਵ ਜੀ ਦੇ ਖਾਸ ਭਗਤਾਂ ਦਾ, ਖਾਸ ਸੇਵਕਾਂ ਦਾ ਜੱਥਾ, ਉਹ ਗਣ, ਗੰਧਰਵ ਦੇਵਤਿਆਂ ਦੇ ਰਾਗੀ, ਰਿਖੀ ਮੈਨੇ ਰਿਸ਼ੀ, ਬੱਪੜੇ ਮੈਨੇ ਵਿਚਾਰੇ, ਢਾਡੀਆਂ ਗਵੰਤ ਆਛੇ। ਕਹਿੰਦੇ ਉਹ ਵਾਹਿਗੁਰੂ ਇੰਨਾ ਮਹਾਨ ਹੈ, ਇੰਨਾ ਵੱਡਾ ਹੈ ਕਿ ਜਿਹੜੇ ਗਣ ਹੈਗੇ ਨੇ ਸ਼ਿਵ ਜੀ ਦੇ, ਜਿਹੜੇ ਸਪੈਸ਼ਲ ਸੇਵਕ ਨੇ ਤੇ ਦੇਵਤਿਆਂ ਦੇ ਜਿਹੜੇ ਰਾਗੀ ਨੇ ਤੇ ਰਿਸ਼ੀ ਨੇ, ਇਹ ਵਿਚਾਰੇ ਢਾਡੀ ਬਣ ਕੇ ਉਹਦੇ ਦਰ ਤੇ ਉਹਦੇ ਸੋਲੇ ਗਾ ਰਹੇ ਨੇ, ਉਹਦੀ ਸਿਫਤ ਸਲਾਹ ਕਰ ਰਹੇ ਨੇ, ਮੇਰਾ ਵਾਹਿਗੁਰੂ ਇੰਨਾ ਵੱਡਾ ਹੈ। ਭਗਤ ਨਾਮਦੇਵ ਜੀ ਕਹਿੰਦੇ ਸਰਵ ਸ਼ਾਸਤਰ ਬਹੁਰੂਪੀਆ, ਕਹਿੰਦੇ ਜਿੰਨੇ ਵੀ ਸ਼ਾਸਤਰ ਨੇ ਮੰਨ ਲਓ ਉਹਦੇ ਦਰਬਾਰ 'ਚ ਬਹੁਰੂਪੀਏ ਨੇ। ਅਨਗਰੂਆ ਅਖਾੜਾ, ਗਰੂਆ ਦਾ ਮਤਲਬ ਹੁੰਦਾ ਵੱਡਾ, ਤੇ ਅਨਗਰੂਆ ਉਹਦਾ ਵਿਰੋਧੀ ਸ਼ਬਦ ਹੋ ਗਿਆ ਛੋਟਾ। ਅਖਾੜਾ ਮੈਨੇ ਪਿੜ,
ਜਿੱਦਾਂ ਅਖਾੜੇ ਵਿੱਚ ਕੁਸ਼ਤੀ ਹੁੰਦੀ ਹੈ। ਤੇ ਕਹਿੰਦੇ ਆ ਜਿਹੜਾ ਜਗਤ ਹੈਗਾ ਇਹ ਅਨਗਰੂਆ ਅਖਾੜਾ, ਉਸ ਅਕਾਲ ਪੁਰਖ ਵਾਹਿਗੁਰੂ ਇੰਨਾ ਵੱਡਾ ਹੈ ਕਿ ਇਹ ਸਾਰੀ ਧਰਤੀ ਜਿਹੜੀ ਹੈ ਇਹ ਤੇ ਉਹਦਾ ਇੱਕ ਛੋਟਾ ਜਿਹਾ ਅਖਾੜਾ ਹੈ, ਬਿਲਕੁਲ ਛੋਟਾ ਜਿਹਾ ਅਖਾੜਾ। ਮੰਡਲੀਕ ਬੋਲ ਬੋਲਨੇ ਕਾਛੇ, ਬੋਲ ਬੋਲਨੇ ਮੈਨੇ ਬੋਲ ਬੋਲਦੇ ਨੇ, ਕਾਛੇ ਮੈਨੇ ਮਨ ਇੱਛਤ ਸੋਹਣੇ ਧੀਆ। ਤੇ ਮੰਡਲੀਕ ਦਾ ਅਖਰੀ ਅਰਥ ਹੈ ਰਾਜਾ। ਤੇ ਮੰਡਲੀਕ ਉਹ ਰਾਜਾ ਹੁੰਦਾ ਹੈ ਜੋ ਕਿਸੇ ਵੱਡੇ ਰਾਜੇ ਦੇ ਅਧੀਨ ਹੁੰਦਾ ਹੈ ਤੇ ਉਹਨੂੰ ਮਾਮਲਾ ਦਿੰਦਾ ਹੈ, ਉਹਨੂੰ ਟੈਕਸ ਦਿੰਦਾ ਹੈ। ਅਰਥਾਤ ਵਾਹਿਗੁਰੂ ਬੜਾ ਵੱਡਾ ਰਾਜਾ ਹੈ ਤੇ ਜਿਹੜੇ ਦੁਨੀਆ ਦੇ ਸ਼ਹਿਨਸ਼ਾਹ, ਸੁਲਤਾਨ, ਪ੍ਰਾਈਮ ਮਿਨਿਸਟਰ, ਪ੍ਰੈਜ਼ੀਡੈਂਟ, ਰਾਜੇ ਨੇ ਇਹ ਤੇ ਉਸ ਵਾਹਿਗੁਰੂ ਦਾ ਸਮਝੋ ਮਾਲੀਆ ਭਰਦੇ ਪਏ ਨੇ, ਇਹ ਉਹਦੇ ਅਧੀਨ ਨੇ ਤੇ ਇਹ ਵੀ ਉਹਦੀ ਰਜ਼ਾ ਵਿੱਚ ਨੇ। ਮੰਨ ਲਓ ਕਿ ਵੱਡੇ ਵੱਡੇ ਰਾਜੇ ਮਹਾਰਾਜੇ ਉਹਦੇ ਦਰ ਤੇ ਉਹਦੀ ਸਿਫਤਾਂ ਵਿੱਚ ਸੋਹਣੇ ਸੋਹਣੇ ਬੋਲ ਬੋਲਦੇ ਪਏ ਨੇ। ਚੌਲ ਜਾਂਚੈ ਰੇ ਪਵਨ ਹੈ ਪਵਨ। ਤੇ ਉਹ ਜਿਹੜਾ ਵਾਹਿਗੁਰੂ ਐਸਾ ਰਾਜਾ ਹੈ ਕਿ ਉਹਦੇ ਦਰ ਦੇ ਉੱਤੇ ਜਿਹੜੀ ਪੌਣ ਹੈਗੀ ਹੈ ਉਹ ਚੌਰ ਕਰਦੀ ਪਈ ਹੈ, ਅਰਥਾਤ ਪੌਣ ਹੀ ਉਹਦੇ ਹੁਕਮ 'ਚ ਹੈ। ਚੇਰੀ ਸਕਤ ਜੀਤ ਲੈ ਭਵਨ। ਹੁਣ ਦੇਖੋ ਸਕਤ ਦੇ ਤੱਤੇ ਨੂੰ ਸਿਹਾਰੀ ਹੈ, ਅਰਥਾਤ ਸ਼ਕਤੀ, ਅਰਥਾਤ ਮਾਇਆ। ਸਕਤ ਜੀਤ ਲੈ ਭਵਨ, ਉਹ ਮਾਇਆ ਜਿਹਨੇ ਸਾਰੇ ਭਵਨ ਨੂੰ, ਸਾਰੇ ਜਗਤ ਨੂੰ ਜਿੱਤਿਆ ਹੋਇਆ, ਉਹ ਮਾਇਆ ਜਿਹੜੀ ਹੈ ਉਹ ਕੀ ਹੈ? ਚੇਰੀ ਹੈ। ਚੇਰੀ ਸਕਤ ਜੀਤ ਲੈ ਭਵਨ, ਅਰਥਾਤ ਉਹ ਸ਼ਕਤੀ, ਉਹ ਮਾਇਆ ਜਿਹਨੇ ਸਾਰੇ ਸੰਸਾਰ ਨੂੰ ਆਪਣੇ ਵਸ ਵਿੱਚ ਕੀਤਾ ਹੋਇਆ ਹੈ, ਉਸ ਵਾਹਿਗੁਰੂ ਦੀ ਚੇਲੀ ਹੈ, ਉਹਦੀ ਦਾਸੀ ਹੈ। ਅੰਡ ਟੂਕ ਜਾਂ ਕਹਿ ਜਾਂ ਚੈ ਪਸਮਤੀ। ਅੰਡ ਮੈਨੇ ਬ੍ਰਹਿਮੰਡ, ਟੂਕ ਮੈਨੇ ਟੋਟਾ। ਅੰਡ ਟੂਕ ਮੈਨੇ ਅਰਥਾਤ ਧਰਤੀ ਦਾ ਟੋਟਾ। ਜਾਂਚਾ ਹੈ ਪਸਮਤੀ, ਪਸਮਤੀ ਮੈਨੇ ਚੁੱਲਾ। ਇਹ ਜਿਹੜੀ ਧਰਤੀ ਹੈ ਉਸ ਵਾਹਿਗੁਰੂ ਦਾ ਜਿਹੜਾ ਇਹ ਭੰਡਾਰ ਹੈ, ਉਹਦੇ ਵਿੱਚ ਇੱਕ ਛੋਟਾ ਜਿਹਾ ਚੁੱਲਾ ਹੈ। ਅਰਥਾਤ ਉਹਨੇ ਸਾਰਾ ਰਿਜ਼ਕ ਦਾ ਬੰਦੋਬਸਤ ਸਾਰੇ ਜੀਵਾਂ ਨੂੰ, ਜਿੱਥੇ ਇਸ ਧਰਤੀ ਤੋਂ ਜਿਹੜੇ ਜੀ ਜੰਤੇ ਦੇ ਵਸ ਰਹੇ ਨੇ, ਸਾਰਿਆਂ ਨੂੰ ਰਿਜ਼ਕ ਮਿਲ ਰਿਹਾ। ਸੋ ਐਸਾ ਰਾਜਾ ਤ੍ਰਿਭਵਨ ਪਤੀ। ਕਹਿੰਦੇ ਉਹ ਵਾਹਿਗੁਰੂ ਐਸਾ ਤਿੰਨਾਂ ਭਵਨਾਂ ਦਾ ਮਾਲਿਕ, ਮੇਰਾ ਵਾਹਿਗੁਰੂ ਜਿਹਦਾ ਮੈਂ ਸਿਮਰਨ ਕਰਦਾ, ਉਹ ਰਾਜਾ ਐਸਾ ਮਹਾਨ ਹੈ। ਅਖੀਰ ਵਿੱਚ, ਅੰਤ ਵਿੱਚ ਅਸੀਂ ਭਾਈ ਗੁਰਦਾਸ ਜੀ ਦਾ ਇੱਕ ਕਵਿਤਾ ਲੈ ਲੈਂਦੇ ਹਾਂ ਤੇ 55 ਮਿੰਟ ਵਿੱਚ ਸਾਡੀ ਇਹ ਕਲਾਸ ਸਮਾਪਤ ਹੋ ਜਾਏਗੀ, ਮਤਲਬ ਖਤਮ ਹੋਣ ਵਾਲੀ ਹੈ। ਆਖਰੀ ਬੰਦੇ ਜੀ ਆਪਣਾ ਆਖਰੀ, ਮਾਫ ਕਰਨਾ, ਸਲਾਈਡ ਹੈਗੀ ਹੈ ਤੇ ਅਸੀਂ ਭਾਈ ਗੁਰਦਾਸ ਜੀ ਦਾ ਕਵਿਤਾ ਲੈਂਦੇ ਹਾਂ ਇੱਕ। ਜੈਸੇ ਤੋ ਚਪਲ ਜਲ ਅੰਤਰ ਨਾ ਦੇਖੀਅਤ। ਚਪਲ ਮੈਨੇ ਚੰਚਲ, ਹਿਲਦਾ। ਜਿਵੇਂ ਜਲ ਦੇ ਵਿੱਚ ਜਲ ਚੰਚਲ ਹੋਵੇ, ਤਰੰਗਾਂ ਹੋਣ, ਲਹਿਰਾਂ ਹੋਣ, ਨਾ ਦੇਖੀਅਤ, ਨਾ ਦੇਖ ਨਹੀਂ ਸਕਦੇ। ਪੂਰਨ, ਪੂਰਾ, ਪ੍ਰਗਾਸ, ਚਾਨਣ, ਪ੍ਰਤੀਬਿੰਬ ਮੈਨੇ ਉਹਦਾ ਅਕਸ। ਰਵ ਸਸ ਕੋ, ਰਵ ਮੈਨੇ ਸੂਰਜ, ਸਸ ਮੈਨੇ ਚੰਦ। ਜਿਵੇਂ ਪਾਣੀ ਹਿਲਦਾ ਪਿਆ ਹੋਵੇ ਤੇ ਉਹਦੇ ਵਿੱਚ ਅਸੀਂ ਪੂਰਨ ਤੌਰ ਤੇ ਉਹਦੇ ਪ੍ਰਤੀਬਿੰਬ ਦਾ, ਉਹਦਾ ਇਮੇਜ ਜਿਹੜਾ ਹੈ, ਉਹਦਾ ਅਕਸ ਜਿਹੜਾ ਹੈ, ਉਹਦੇ ਵਿੱਚ ਸਾਨੂੰ ਉਹ ਸੂਰਜ ਚੰਦ ਦਾ ਪ੍ਰਕਾਸ਼ ਨਜ਼ਰ ਨਹੀਂ ਆਉਂਦਾ। ਅਸੀਂ ਜਾਣਦੇ ਹਾਂ ਜੇ ਪਾਣੀ ਖੜਾ ਹੋਵੇ ਫਿਰ ਸਾਨੂੰ ਸੂਰਜ ਚੰਦ ਨਜ਼ਰ ਆਏਗਾ, ਜੇ ਪਾਣੀ ਹਿਲਦਾ ਤੇ ਫਿਰ ਉਹ ਨਜ਼ਰ ਨਹੀਂ ਆਉਂਦਾ। ਬੜਿਓ ਭਾਈ ਗੁਰਦਾਸ ਜੀ ਸਾਨੂੰ ਉਦਾਹਰਨ ਦੇ ਰਹੇ ਨੇ ਕਿ ਕਿੱਦਾਂ ਵੀ ਮਾਇਆ ਦੇ ਪ੍ਰਭਾਵ ਹੇਠ ਸਾਡਾ ਪਰਮਾਤਮਾ ਦੇ ਨਾਲ ਸਾਂਝ ਨਹੀਂ ਬਣਦੀ। ਸੋ ਜੋ ਚੰਚਲ, ਜਿੱਦਾਂ ਜੇ ਚੰਚਲਤਾ ਪਾਣੀ ਵਿੱਚ ਰਹੇਗੀ ਤੇ ਫਿਰ ਸਾਨੂੰ ਪ੍ਰਤੀਬਿੰਬ ਨਜ਼ਰ ਨਹੀਂ ਆਉਂਦਾ। ਜੈਸੇ ਤੋਂ ਮਲੀਨ ਦਰਪਨ ਮੇ ਨਾ ਦੇਖੀਅਤ। ਮਲੀਨ ਮੈਨੇ ਮੈਲਾ, ਦਰਪਨ ਅਸੀਂ ਜਾਣਦੇ ਹਾਂ, ਦਰਪਨ ਮੈਨੇ ਸ਼ੀਸ਼ੇ ਦੇ ਉੱਤੇ ਜੇ ਪਰਤ ਚੜੀ ਹੋਵੇ ਮਿੱਟੀ ਦੀ, ਤੇ ਗੰਦੇ ਹੋਏ ਸ਼ੀਸ਼ੇ ਵਿੱਚ ਨਹੀਂ ਦੇਖ ਸਕਦੇ। ਨਿਰਮਲ ਬਦਨ, ਬਦਨ ਦਾ ਅਰਥ ਹੁੰਦਾ ਮੁਖੜਾ। ਸਰੂਪ ਮੈਨੇ ਸੁੰਦਰਤਾ, ਸੋਹਣਾ ਰੂਪ। ਉਰਬਸ, ਉਰਬਸ ਮੈਨੇ ਉਰਵਸ਼ੀ, ਅਰਥਾਤ ਕੋਈ ਅਪਸਰਾ, ਮਤਲਬ ਕੋਈ ਸੋਹਣੀ ਇਸਤਰੀ ਹੋਵੇ, ਕੋਈ ਸੋਹਣਾ ਬੰਦਾ ਹੋਵੇ, ਅਗਰ ਸ਼ੀਸ਼ੇ ਦੇ ਉੱਤੇ ਮੈਲ ਚੜੀ ਹੋਵੇ ਤੇ ਉਹ ਆਪਣਾ ਨਿਰਮਲ ਬਦਨ, ਨਿਰਮਲ ਮੁਖੜਾ, ਸੋਹਣਾ ਮੁਖੜਾ ਨਹੀਂ ਦੇਖ ਸਕਦਾ। ਜੈਸੇ ਬਿਨ ਦੀਪ ਨਾ ਸਮੀਪ ਕੋ ਵਿਲੋਕੀਅਤ। ਵਿਲੋਕਣਾ ਹੁੰਦਾ ਦੇਖਣਾ। ਜਿਵੇਂ ਦੀਪ ਤੋਂ ਬਿਨਾ ਜੇ ਦੀਵਾ ਨਾ ਹੋਵੇ, ਚਾਨਣ ਨਾ ਹੋਵੇ, ਤੇ ਸਮੀਪ ਕੋ, ਨੇੜੇ ਪਈ ਚੀਜ਼ ਵੀ ਨਹੀਂ ਦੇਖੀ ਜਾ ਸਕਦੀ, ਵਿਲੋਕੀਅਤ। ਭਵਨ ਭਿਆਨ, ਤੇ ਭਵਨ ਜਿਹੜਾ ਹੈਗਾ, ਜਿਹੜਾ ਕਮਰਾ ਹੈਗਾ, ਉਹ 'ਚ ਹਨੇਰਾ ਹੋ ਜਾਂਦਾ, ਉਹ ਡਰਾਉਣਾ ਲੱਗਦਾ, ਅੰਧਕਾਰ, ਹਨੇਰਾ ਹੋ ਜਾਂਦਾ। ਭਿਆਨ। ਤਰਾਸ ਤਸਕੋ, ਤਰਾਸ ਮੈਨੇ ਡਰ, ਤਸ ਮੈਨੇ ਤਸਕਰ, ਚੋਰ, ਤੇ ਚੋਰ ਦਾ ਵੀ ਡਰ ਬਣਿਆ ਰਹਿੰਦਾ ਵੀ ਚੋਰ ਕਿਤੇ ਮਲਕ ਚਾਰੇ ਆ ਕੇ ਕੋਈ ਚੋਰੀ ਨਾ ਕਰਕੇ ਲੈ ਜਾਏ, ਵੀ ਜੇ ਦੀਵਾ ਨਾ ਹੋਵੇ, ਚਾਨਣਾ ਨਾ ਹੋਵੇ। ਹੁਣ ਕਹਿੰਦੇ ਆ ਉਦਾਹਰਨ ਦੇ ਕੇ ਫਿਰ ਅੱਗੇ ਸਮਝਾਉਂਦੇ ਨੇ। ਤੈਸੇ ਮਾਇਆ ਭਰਮ ਅਧਮ ਅਛਾਦਿਓ ਮਨ। ਛਾਦਨ ਹੁੰਦਾ ਕੱਪੜਾ, ਅਛਾਦਿਓ ਮੈਨੇ ਢੱਕਿਆ ਹੋਇਆ, ਅਰਥਾਤ ਇਹਦਾ ਭਾਵ ਅਰਥ ਹੈ ਉਹਦੇ ਪ੍ਰਭਾਵ ਅਧੀਨ ਆ ਜਾਣਾ। ਅਰਥਾਤ ਜੇ ਜਿਹੜਾ ਮਨ ਹੈਗਾ, ਜਿਸ ਮਨੁੱਖ ਦਾ ਮਨ ਵੀ ਮਾਇਆ ਰੂਪੀ ਭਰਮ ਦੇ ਅਧੀਨ ਆ ਜਾਵੇ, ਉਹ ਤੋਂ ਬੜਾ ਜ਼ਿਆਦਾ ਪ੍ਰਭਾਵਿਤ ਹੋ ਜਾਏ। ਜਿੱਦਾਂ ਗੁਰੂ ਸਾਹਿਬ ਕਹਿੰਦੇ ਨਾ ਵੀ ਮਿਲ ਮਾਇਆ ਸੁਰਤ ਗਵਾਈ। ਗੁਰੂ ਸਾਹਿਬ ਦਾ ਹੁਕਮ ਤੇ ਸੀਗਾ ਵੀ ਲਿਖ ਦਾਤ ਜੋਤ ਵਡਿਆਈ, ਵੀ ਤੂੰ ਆਪਣੇ ਹਿਰਦੇ ਰੂਪੀ ਜਿਹੜੀ ਤਖਤੀ ਹੈ, ਇਹ ਤੇ ਤੂੰ ਉਸ ਜੋਤ ਰੂਪ ਪਰਮਾਤਮਾ ਦੀਆਂ ਦਾਤਾਂ ਦੇਣ ਵਾਲਾ ਜਿਹੜਾ ਵਾਹਿਗੁਰੂ, ਉਹਦੀਆਂ ਵਡਿਆਈਆਂ ਲਿਖਣੀਆਂ। ਪਰ ਹੋਇਆ ਕੀ,
ਉਹ ਕਹਿੰਦੇ ਨਾ, ਲਿਵ ਛੁੱਟ ਗਈ ਲੱਗੀ ਤ੍ਰਿਸ਼ਨਾ ਮਾਇਆ ਅਮਰ ਵਰਤਾਇਆ। ਲਿਵ ਛੁੱਟ ਗਈ ਤੇ ਮਾਇਆ ਦਾ ਜਿਹੜਾ ਪ੍ਰਭਾਵ ਪੈ ਗਿਆ ਤੇ ਲਿਵ ਛੁੱਟ ਗਈ, ਮਾਇਆ ਅਮਰ ਵਰਤਾਇਆ। ਸੋ ਮਿਲ ਮਾਇਆ ਸੁਰਤ ਗਵਾਈ। ਮਾਇਆ ਦੇ ਨਾਲ ਮਿਲ ਕੇ ਬੰਦਾ ਆਪਣੀ ਹੋਸ਼ ਗਵਾ ਬੈਠਦਾ। ਬਾਬਰਵਾਣੀ ਚ ਗੁਰੂ ਸਾਹਿਬ ਕਹਿੰਦੇ ਨੇ, ਸ਼ਾਹਾਂ ਸੁਰਤ ਗਵਾਈਆਂ ਰੰਗ ਤਮਾਸ਼ੇ ਚ ਆਏ। ਜਦੋਂ ਬੰਦਾ ਰੰਗ ਤਮਾਸ਼ਿਆਂ ਵਿੱਚ ਉਲਝ ਜਾਂਦਾ ਹੈ, ਐਸ਼ੋ ਇਸ਼ਰਤ ਵਿੱਚ ਸੁਖ ਰਹਿਣਾ ਬਣ ਜਾਂਦਾ ਹੈ, ਪੈਸਾ ਦੇਖ ਕੇ, ਖੁਸ਼ਹਾਲੀ ਦੇਖ ਕੇ ਜਦੋਂ ਦਿਮਾਗ ਹਿਲ ਜਾਂਦਾ ਬੰਦੇ ਦਾ, ਤੇ ਫਿਰ ਸਮਝੋ ਉਹਦਾ ਪਤਨ ਜਿਹੜਾ ਉੱਥੇ ਸ਼ੁਰੂ ਹੋ ਜਾਂਦਾ ਹੈ। ਕਹਿੰਦੇ ਜਦੋਂ ਜਿਹੜੇ ਪਠਾਨ ਸੀਗੇ, ਉਹਨਾਂ ਦੀ ਦੁਰਗਤੀ ਬਾਬਰ ਦੇ ਹੱਥੋਂ ਕਿਉਂ ਹੋਈ? ਕਹਿੰਦੇ ਆਪ ਦੋਸ਼ ਤਾਂ ਨਹੀਂ ਕਰਤਾ, ਜਮ ਕਰ ਮੁਗਲ ਚੜਾਇਆ। ਤੋ ਗੁਰੂ ਸਾਹਿਬ ਨੇ ਕਿਹਾ ਬੜਾ ਸੋਹਣਾ, ਉਹਦਾ ਗੁਰੂ ਸਾਹਿਬ ਨੇ ਐਨਾਲਿਸਿਸ ਬੜਾ ਵਧੀਆ ਕੀਤਾ, ਤੇ ਉਹ ਸਾਡੇ ਲਈ ਅੱਜ ਚਾਨਣ ਮੁਨਾਰਾ ਹੈ, ਸਾਨੂੰ ਜੀਵਨ ਦੀ ਸੇਧ ਮਿਲਦੀ ਹੈ ਵੀ ਸ਼ਾਹਾਂ ਸੁਰਤ ਗਵਾਈਆਂ ਰੰਗ ਤਮਾਸ਼ਾ ਚ ਆਏ। ਰੰਗ ਤਮਾਸ਼ਿਆਂ ਦੇ ਚਾਅ ਵਿੱਚ ਉਹ ਆਪਣੀ ਹੋਸ਼, ਆਪਣੀ ਜ਼ਿੰਮੇਵਾਰੀ, ਉਹਨਾਂ ਦੇ ਕੀ ਫਰਜ਼ ਨੇ, ਉਹਨਾਂ ਤੋਂ ਉਹਨਾਂ ਨੇ ਮੂੰਹ ਮੋੜ ਲਿਆ। ਸੋ ਇਹ ਹੁੰਦਾ ਹੈ ਮਾਇਆ ਵਿੱਚ ਜਦੋਂ ਬੰਦਾ ਫਸ ਜਾਂਦਾ ਹੈ। ਤੈਸੇ ਮਾਇਆ ਭਰਮ ਅਧਮ ਅਛਾਦਿਓ ਮਨ। ਇਸੀ ਤਰ੍ਹਾਂ ਮਾਇਆ ਦੇ ਪ੍ਰਭਾਵ ਅਧੀਨ ਇਹ ਮਨ ਨਿਵਾਣ ਵੱਲ ਚਲਾ ਜਾਂਦਾ ਹੈ, ਅਧਮ ਨੀਚ ਹੋ ਜਾਂਦਾ ਹੈ। ਸਤਿਗੁਰੂ ਧਿਆਨ ਸੁਖ ਨਾਨ ਪ੍ਰੇਮ ਰਸ ਕੋ। ਨਾਨ ਮੈਨੇ ਨਹੀਂ, ਤੇ ਫਿਰ ਸਤਿਗੁਰੂ ਵਾਲੇ ਪਾਸੇ, ਬਾਣੀ ਪੜਨ ਵਾਲੇ ਪਾਸੇ ਇਹਦਾ ਧਿਆਨ ਨਹੀਂ ਲੱਗਦਾ, ਤੇ ਨਾ ਹੀ ਪ੍ਰੇਮ ਦਾ ਰਸ ਦਾ ਸੁਖ ਜਿਹੜਾ ਹੈ, ਪਰਮਾਤਮਾ ਦੇ ਨਾਮ ਦਾ ਪ੍ਰੇਮ ਦਾ ਰਸ ਦਾ ਜਿਹੜਾ ਸੁਖ ਹੈ, ਉਸ ਮਨੁੱਖ ਨੂੰ ਫਿਰ ਪ੍ਰਾਪਤ ਨਹੀਂ ਹੁੰਦਾ। ਸੋ ਇਸ ਦੇ ਨਾਲ ਹੀ ਸਾਡਾ ਇਹ ਵਿਸ਼ਾ ਸਮਾਪਤ ਹੁੰਦਾ ਹੈ। ਸੋ ਇੰਨੀ ਬੇਨਤੀ ਪ੍ਰਵਾਨ ਕਰਨੀ ਹੈ ਜੀ। ਭੁੱਲਾਂ ਚੁੱਕਾਂ ਦੀ ਖਿਮਾ। ਆਪ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦਾਸ ਦਾ ਇੱਕ ਚੈਨਲ ਹੈਗਾ ਚਟਸਾਲ। ਜਿਹੜੇ ਕੋਈ ਸੱਜਣ ਐਸੇ ਹੋਣ ਜਿਨ੍ਹਾਂ ਦੇ ਬੱਚੇ 5ਵੀਂ ਤੋਂ ਲੈ ਕੇ 10ਵੀਂ 11ਵੀਂ ਤੱਕ ਪੜ੍ਹਦੇ ਹੋਣ, ਤੇ ਇਸ ਚੈਨਲ ਦੇ ਉੱਤੇ, ਚਟਸਾਲ ਦੇ ਉੱਤੇ, ਜਾਂ ਕੈਪਟਨ ਯਸ਼ਪਾਲ ਸਿੰਘ YouTube ਤੇ ਪਾਓ। ਕਰੀਬ 1,500 ਤੋਂ ਉੱਪਰ ਵੀਡੀਓ ਬਣ ਚੁੱਕੇ ਨੇ, ਆਲਰੇਡੀ ਬਣਦੇ ਵੀ ਪਏ ਨੇ। ਇੰਗਲਿਸ਼, ਮੈਥ, ਸਾਇੰਸ ਦੇ ਵੀਡੀਓ ਤੁਹਾਨੂੰ ਇਹਨਾਂ ਵਿਸ਼ਿਆਂ ਤੇ 5ਵੀਂ ਤੋਂ ਲੈ ਕੇ 11ਵੀਂ ਤੱਕ ਮਿਲਣੇ। ਤੁਸੀਂ ਇਹਨਾਂ ਦਾ ਲਾਹਾ ਲੈ ਸਕਦੇ ਹੋ। ਜੇ ਤੁਹਾਡੇ ਜਾਣਕਾਰੀ 'ਚ ਕੋਈ ਵਿਦਿਆਰਥੀ ਹੋਣ ਤੇ ਤੁਸੀਂ ਉਹਨਾਂ ਨੂੰ ਇਹਦੇ ਬਾਰੇ ਦੱਸ ਸਕਦੇ ਹੋ। ਵਾਹਿਗੁਰੂ ਜੀ ਕਾ ਖਾਲਸਾ,